वाहिगुरु जी। सारंग महला चौथा। जप मन निर्भौ सत सत सदा सत। निर्वैर अकाल मूरत आजूनी संभव। मेरा मन अन दिनों ध्याए निरंकार निराहारी। जप मन निर्भौ सत सत सदा सत। निर्वैर अकाल मूरत आजूनी संभव। मेरे मन अन दिनों ध्याए निरंकार निराहारी। रहाव हर दर्शन को हर दर्शन को। कोट कोट 33 सिद्ध जति जोगी। तट तीर्थ पर भवन करत रहत निराहारी। तिन जन की सेवा थाए पई। जिनको कृपाल होवत बनवारी। हर के हो संत भले ते उत्तम भगत फले। जो भावत हर राम मुरारी। जिनका अंग करे मेरा स्वामी। तिनकी नानक हर पैज सवारी। हर के हो संत भले ते उत्तम भगत फले। जो भावत हर राम मुरारी। जिनका अंग करे मेरा स्वामी। तिनकी नानक हर पैज सवारी। वाहिगुरु जी का खालसा वाहिगुरु जी की फतेह। सर्ब सुखां दे दाते सतगुरु चबर छत्र तख्त दे मालिक। जाहरा जहूर अते हाजरा हजूर। साहिब श्री गुरु ग्रंथ साहिब जी की पावन पवित्र हजूरी विच सुभाईमान परम सत्कार जो गुरु रूप खालसा साध संगत जीओ। वाहिगुरु जी की बख्शिश सदका अमृत वेले सतगुरु जी के दर्शन दीदार करन दा गुरबाणी कीर्तन सरवण करन दा सुभाग प्राप्त होया है। उस परम पिता वाहिगुरु जी के प्यार विच जुड़न दे लई जो महान उत्तम मार्ग गुरु साहिब जी ने सानू बख्शे है। वह हर कीरत साध संगत है सिर कर्मन के कर्म। सारे कम्मां तो उत्तम महान कर्म है सत संगत विच आके परमात्मा की सिफत सलाह करनी अते सरवण करनी। जिथे आप जी ने गुरबाणी कीर्तन का आनंद माणिया है। गुरु की पावन बाणी दी विचार जो हर रोज आप जी बड़े प्यार नाल सरवण करते हो। उस नाल संबंधित धन गुरु रामदास जी महाराज के ये पवित्र बचन आप जी सारंग राग विचों सरवण कर रहे सी। सतगुरु जी ने गुरबाणी वार वार सानू एक परमात्मा के प्यार में जुड़न की गल कही है। क्योंकि रब के नां ते अनेक तरह के कर्म प्राणी करते हैं। ज्ञान ना होने करके आप देखते हैं कोई सोचता है कि तीर्थों के रटन कीतियां रब मिलेगा। तीर्थ पवित्र शब्द है। तीर्थों की आरंभा बड़े उच्चे मकसद के नाल हुई। पर जो तीर्थों ते जाण का मकसद है मनोरथ है जे उसका पता नहीं है तो मनुख जिन्नी बार मर्जी जाए। गुरु की हजूरी च आउणा बहुत उत्तम कर्म है। भागां वालियां नूं प्राप्त हुंदा है।
ਪਰ ਜੇ ਗੁਰੂ ਕੀ ਹਜ਼ੂਰੀ ਚ ਆ ਕੇ ਅਸੀਂ ਗਿਆਨ ਪ੍ਰਾਪਤ ਨਹੀਂ ਕੀਤਾ, ਗੁਰੂ ਕੇ ਬਚਨਾਂ ਚ ਸੁਰਤ ਨਹੀਂ ਜੋੜੀ, ਤੇ ਸਤਿਗੁਰੂ ਜੀ ਨੇ ਤੇ ਇਹਦੇ ਲਈ ਵੀ ਕਹਿਤਾ ਕਿ ਭਾਵੇਂ ਤੁਸੀਂ 100 ਵਾਰੀ ਆਓ ਕੀ ਹੋ ਜਾਏਗਾ, ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ, 100 ਗੇੜੇ ਭਾਵੇਂ ਮਾਰ ਲਓ। ਗੁਰਬਾਣੀ ਦਾ ਕੀਰਤਨ ਕਰਨਾ ਬਹੁਤ ਉੱਤਮ ਕਰਮ ਹੈ, ਵਡਭਾਗੀਆਂ ਨੂੰ ਪ੍ਰਾਪਤ ਹੁੰਦਾ ਹੈ। ਕੀਰਤਨ ਦੀ, ਕੀਰਤਨੀਆਂ ਦੀ ਬੜੀ ਵਡਿਆਈ ਕੀਤੀ ਸਤਿਗੁਰੂ ਜੀ ਨੇ। ਪਰ ਜੇ ਕੇਵਲ ਮੁਖ ਤੋਂ ਬੋਲ ਰਹੇ, ਮਨ ਸਾਡਾ ਵਾਹਿਗੁਰੂ ਜੀ ਦੀ ਕੀਰਤੀ 'ਚ ਨਹੀਂ ਜੁੜਿਆ, ਤੇ ਸਤਿਗੁਰੂ ਜੀ ਕਹਿੰਦੇ ਫਿਰ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਪੀਜੇ ਰਾਮ ਰਾਜੇ। ਇਦਾਂ ਰੱਬ ਨਹੀਂ ਰੀਝੇਗਾ, ਇਵੇਂ ਪਰਮਾਤਮਾ ਦੀ ਪ੍ਰਸੰਨਤਾ ਨਹੀਂ ਮਿਲੇਗੀ। ਪਾਠ ਕਰਨਾ, ਗੁਰਬਾਣੀ ਦੀ ਵਿਚਾਰ ਕਰਕੇ ਦੂਜਿਆਂ ਨੂੰ ਸੁਣਾਉਣਾ ਬੜੇ ਉੱਤਮ ਕਰਮ ਨੇ, ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਨੇ। ਪਰ ਜੇ ਇਹ ਕੁਝ ਕਰਦੇ ਆ ਆਪਣਾ ਮਨ ਹੀ ਔਗਣ ਵਾਲੇ ਬੰਨੇ ਹੈ, ਆਪਣਾ ਮਨ ਹੀ ਵਾਹਿਗੁਰੂ ਜੀ ਦੀ ਸਿਫਤ ਸਲਾਹ 'ਚ ਨਹੀਂ ਜੁੜਿਆ, ਤੇ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਕੀ ਹੋ ਜਾਏਗਾ। ਹੋਰ ਜਿਤਨੇ ਵੀ ਧਰਮ ਕਰਮ ਸੰਸਾਰ ਵਿੱਚ ਪ੍ਰਚਲਿਤ ਨੇ, ਦੁਨੀਆ ਦੇ ਲੋਕ ਕਰਦੇ ਨੇ, ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਕੋਈ ਪਾਠ ਕਰਦਾ ਹੈ, ਕੋਈ ਤੀਰਥ ਰਟਨ ਕਰਦਾ ਹੈ, ਕੋਈ ਦਾਨ ਪੁੰਨ ਕਰਦਾ ਹੈ, ਕੋਈ ਰੱਬ ਦੇ ਨਾਂ ਤੇ ਜੰਗਲਾਂ 'ਚ ਬੈਠਾ ਹੈ, ਅਨੇਕ ਤਰ੍ਹਾਂ ਦੇ ਹੋਰ ਕਰਮ ਕਰਦੇ ਨੇ। ਉਹਨਾਂ ਤੋਂ ਸਾਨੂੰ ਮੁਕਤ ਕਰਨ ਦੇ ਲਈ ਗੁਰੂ ਬਾਬਾ ਜੀ ਨੇ ਇੱਕੋ ਹੀ ਇੱਕ ਸਾਨੂੰ ਮਾਰਗ ਦਿੱਤਾ ਹੈ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹੀ ਕਾਰਨ ਹੈ ਕਿ ਸਤਿਗੁਰੂ ਜੀ ਨੇ ਬਾਣੀ 'ਚ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੋੜਨ ਦੇ ਲਈ ਬੇਅੰਤ ਵਾਰੀ ਜਿੱਥੇ ਸਾਨੂੰ ਪ੍ਰੇਰਿਆ ਹੈ, ਮਨ ਨੂੰ ਪ੍ਰੇਰਿਆ, ਉੱਥੇ ਸਾਡੇ ਉਹ ਭੁਲੇਖੇ ਦੂਰ ਕਰਨ ਦੇ ਲਈ ਜੋ ਧਰਮ ਦੇ ਨਾਂ ਤੇ ਲੋਕਾਂ ਦੇ ਮਨਾਂ 'ਚ ਪਏ ਹੋਏ ਨੇ, ਸਤਿਗੁਰੂ ਜੀ ਨੇ ਬਹੁਤ ਗਿਆਨ ਦਿੱਤਾ ਗੁਰਬਾਣੀ 'ਚ। ਅੱਜ ਦਾ ਜੋ ਮੁੱਖ ਵਾਕ ਹੈ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮਾਤਮਾ ਦੇ ਪਿਆਰ ਜੁੜਨ ਦੀ ਗੱਲ ਕਹਿੰਦੇ, ਫਿਰ ਉਹਦਾ ਸਰੂਪ ਵੀ ਬਿਆਨ ਕਰ ਰਹੇ ਨੇ। ਕਿਉਂਕਿ ਕੋਈ ਕਬਰਾਂ ਤੇ ਜਾਂਦਾ ਕਹਿੰਦਾ ਉਹ ਵੀ ਕਹਿੰਦਾ ਮੈਂ ਰੱਬ ਦੇ ਨਾਮ ਨਾਲ ਜੁੜਿਆ ਹੋਇਆ, ਧਾਰਮਿਕ ਹਾਂ। ਕੋਈ ਮੂਰਤਾਂ ਨੂੰ ਮੱਥਾ ਟੇਕਣ ਵਾਲਾ ਕਹਿੰਦਾ ਮੈਂ ਵੀ ਬੜਾ ਧਾਰਮਿਕ ਹਾਂ। ਹੋਰ ਜਿੰਨੇ ਵੀ ਕਰਮ ਹੁੰਦੇ ਨੇ, ਸਤਿਗੁਰੂ ਜੀ ਨੇ ਉਸ ਵਾਹਿਗੁਰੂ ਜੀ ਦੇ ਪਿਆਰ ਵਿੱਚ ਜੁੜਨ ਦੀ, ਉਸ ਵਾਹਿਗੁਰੂ ਜੀ ਦੇ ਸਰੂਪ ਨੂੰ ਬਿਆਨ ਕਰਦੇ ਆ। ਤੇ ਜੋ ਉਸ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਦੇ ਨੇ, ਉਹ ਵਾਹਿਗੁਰੂ ਜੀ ਦੇ ਦਰ 'ਤੇ ਜਿਵੇਂ ਪ੍ਰਵਾਨ ਹੁੰਦੇ ਨੇ, ਜੋ ਮਹਾਨ ਬਣ ਜਾਂਦੇ ਨੇ। ਉਹ ਬਖਸ਼ਿਸ਼ ਅੱਜ ਦੇ ਮੁੱਖ ਵਾਕ ਵਿੱਚ ਕੀਤੀ ਹੈ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਚੌਥਾ। ਜਪ ਮਨ ਨਿਰਭਉ, ਸਤ ਸਤ ਸਦਾ ਸਤ। ਨਿਰਵੈਰ ਅਕਾਲ ਮੂਰਤ, ਅਜੂਨੀ ਸੰਭਉ। ਮੇਰੇ ਮਨ ਅਨ ਦਿਨੋਂ ਧਿਆਏ, ਨਿਰੰਕਾਰ ਨਿਰਾਹਾਰੀ। ਸਤਿਗੁਰੂ ਜੀ ਦੇ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1201 ਤੇ ਅੰਕਿਤ ਨੇ। ਗੁਰੂ ਰਾਮਦਾਸ ਜੀ ਮਹਾਰਾਜ ਮਨ ਨਾਲ ਗੱਲਬਾਤ ਕਰਦਿਆਂ ਕਹਿੰਦੇ, ਉਹ ਮਨਾ ਉਸ ਪਰਮਾਤਮਾ ਨੂੰ ਜਪਿਆ ਕਰ ਜੋ ਨਿਰਭਉ ਹੈ। ਦੁਨੀਆ 'ਚ ਜਿੱਧਰ ਨਜ਼ਰ ਮਾਰੋ ਕੋਈ ਵੀ ਭੈ ਤੋਂ ਰਹਿਤ ਨਹੀਂ ਹੈ। ਆਮ ਲੋਕਾਂ ਦੀ, ਸਰੀਰਧਾਰੀ ਲੋਕਾਂ ਦੀ ਤੇ ਗੱਲ ਵੱਖਰੀ ਹੈ। ਬ੍ਰਹਿਮੰਡ ਅੰਦਰ ਜੋ ਕੁਝ ਵੀ ਹੈ, ਗੁਰੂ ਕੇ ਬਚਨ ਪੜ੍ਹਦੇ ਆ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ। ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਨ ਅੰਤ। ਇਹ ਸੂਰਜ, ਇਹ ਚੰਦਰਮਾ, ਇਹ ਹਵਾ, ਇਹ ਪਾਣੀ, ਇਹ ਸਭ ਕੁਝ ਕਿਸੇ ਦੇ ਭੈ ਵਿੱਚ ਨੇ। ਸਤਿਗੁਰੂ ਜੀ ਕਹਿੰਦੇ ਨਿਰਭਉ ਨੂੰ ਸਿਮਰੋ। ਹੁਣ ਕੋਈ ਮੂਰਤ, ਹੁਣ ਕੋਈ ਪੱਥਰ, ਹੁਣ ਕੋਈ ਹੋਰ ਦੇਵੀ ਦੇਵਤਾ ਭੈ ਤੋਂ ਰਹਿਤ ਨਹੀਂ ਹੈ। ਇਹ ਸਭ ਵਾਹਿਗੁਰੂ ਜੀ ਦੇ ਹੁਕਮ ਚਾਹੇ ਤੇ ਜਾ ਰਹੇ ਨੇ, ਪਰਮਾਤਮਾ ਦੇ ਸਾਜੇ ਹੋਏ ਨੇ। ਪਰ ਸਤਿਗੁਰੂ ਜੀ ਕਹਿੰਦੇ ਮਨਾ ਨਿਰਭਉ ਦਾ ਸਿਮਰਨ ਕਰ। ਮਨ ਜਿਹੋ ਜੇ ਇਸ਼ਟ ਨਾਲ ਜੁੜੇਗਾ ਉਹ ਜਿਹਾ ਬਣ ਜਾਏਗਾ। ਜ਼ਿੰਦਗੀ ਦਾ ਮਕਸਦ ਹੈ ਪਰਮ ਪਦਵੀ ਪ੍ਰਾਪਤ ਕਰਨਾ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਰਚਨਾ 'ਚ ਇੱਕ ਪਵਿੱਤਰ ਕਵਿਤ ਲਿਖੀ ਹੈ, ਬੜਾ ਪਿਆਰਾ।
जिथे कहते चिंता मन चितवत चिंता चित ते चुराई, आजोनी आराधे जोन संकट कटाए है। वो चिंता मन परमात्मा जिन्हों चेते कीतियां मन दियां चितवनियां पूरियां होंदियां ने। वो चिंता मन परमात्मा नूं चेते कीतियां साडियां सारियां चिंतावां खत्म हो गईयां। वो परमात्मा अजूनी है, उन्होंने चेते किया असीं भी जूना तो रहत हो गए। इत्थे बस नहीं है, जपत अकाल काल कंटक कलेस नासे। वो परमात्मा अकाल है, काल दे असर तो रहत, उहदे ते काल दा कोई असर नहीं है। देखो बच्चा पैदा हुंदा है, छोटा है, ज्यों ज्यों समा बतीत हुंदा है उदों वड्डा होई जांदा है, विकास होई जांदा है, फिर वो जवान हो जांदा है, समय नाल वो बिरध हो जांदा है, समय नाल उहदी होंद खत्म हो जाती है। एक काल दा असर है। परमात्मा ना बच्चा है, ना बुढ़ा है, ना जवान है, वो जिहो जिहा है उहो जिहा ही है, इक्को जिहा ही है। इस करके अकाल नूं चेते कीतियां काल दे डर ही खत्म हो गए कि असीं बुढ़े होवांगे, ये भरम ही खत्म हो गया, डर ही खत्म हो गया। जपत अकाल काल कंटक कलेस नासे, निरपै भजन भै प्रमंग दल भजाए हैं। और निरभाओ वाहिगुरू जी नूं चेते कीतियां जिहड़े साडे अंदर डर दे बदल नहीं से तुरे फिरदे, दल दर तो फौजां ही तुरियां फिरदियां, पता नहीं किन्ने कु डर ने साडे मन अंदर। एक डर नहीं है, एक मसला हल हुंदा, दूजा खड़ा हो जांदा, दूजा खड़ा हल हुंदा, होर खड़ा, होर परे तो परे डर वधी चले जांदे। इस जगत नूं भव सागर के है, वो भव सागर साडे अंदर है। असीं हमेशा ही डर दे विच विचरदे हां। ते परमात्मा निरभव नूं चेते कीतियां आ डर दे जिन्ने दल सन फौजां सन खत्म हो गईयां, भज गईयां। सिमरत निर्वैर नाथ वैर भाओ त्याग्यो। निर्वैर दा सिमरन कीतियां साडे अंदरों भी वैर खत्म हो गया। निरभव नूं जपिया असीं भी निरभव हो गए। अकाल नूं चेते कीतियां साडा भी काल खत्म हो गया। जैसा सेवे तैसा होए, जिहो जे इष्ट नूं सिमरोगे ओह जे तुसीं बन जाओगे। असीं जिंदगी च पूर्ण बनना है, परफेक्ट बनना है, वाहिगुरू जी दे प्यार च लिवलीन होना है। ते ओहदे लई ओह परमात्मा दे गुणां दा, ओहदी हस्ती दा, ओहदे स्वरूप दा सानूं पता तो होना चाहिए। ये थोड़ा जिथे कोई मर्जी पत्थर रखे लो जी रब नूं मत्था टेक लो, असीं टेकी चले जाइए। ये अज्ञानता भरियां गल्लां ने। और गुरबाणी ने बचन किया ज्ञानहीणं अज्ञान पूजा। ज्ञान तो हीणा बंदा अज्ञानता की पूजा कर रहा है, यही कुछ हो रहा है। थां थां से बंदा जिहड़ा है वो रब आपो अपनी मर्जी दे बनाई बैठा है। रब दे नाम ही अपनी मर्जी दे रखे हुए ने। सतगुरु जी कहते कि उस परमात्मा दे प्यार जुड़ो, उस परमात्मा का स्वरूप सतगुरु जी ने गुरबाणी च बड़ा सुंदर बयान किया है। क्योंकि दुनिया पुछी रब किहो जिहा है। रब दे नाम ते कई तरह के भरम भुलेखे ने। जिन्ना रब दे नाम ते चर्चा है, जिद्दां रब दे नाम ते जिन्नी दुनिया जे रब नूं दे नाम ते चर्चा करदी है, जां रब दी जिवें नाम ते इकट्ठ हुंदे ने, रब दे नाम ते दान पुन हुंदे ने, रब दे नाम ते बहुत कुछ हुंदा है, उन्ना ही रब दे नाम दे प्रति अज्ञानता है मनुखी समाज अंदर। रब दे प्रति अज्ञानता है। रब तां सारे कहंदे ने, पर रब है की है, रब नाल जुड़ना किवें, ये ज्ञान की घाट है मनुखी समाज अंदर। ते सतगुरु सच्चे पातशाह जी ने बड़ा सुंदर स्वरूप परमात्मा का बयान किया है। असी गुरबाणी आरंभ करते हैं, श्री जपजी साहिब जी की पवित्र बाणी शुरू करते हैं। उहदे आरंभ च ही सतगुरु जी ने स्वरूप बयान करते, बड़ा सुंदर शब्द चित्र। दुनिया के सारे धर्म ग्रंथ पढ़ो, जरूर पढ़ो, पढ़ोगे तो पता लगेगा ना अपनी वडियाई का। इहो जिहा शब्द चित्र तुहानूं किते नहीं मिलेगा जो गुरु नानक साहब जी ने बख्शिश किया है परमात्मा का। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। ये परमात्मा का शब्द चित्र है। हुण असीं किसी मनुख नूं देखिया नहीं, उहदे गुण कोई दसदा है कि भई वो बड़ा चंगे सुभाਅ दा है, दयालु है, वो बड़ा परोपकारी है, वो बड़ा इंटैलीजेंट है, वो बड़ा गुणवान है। इहो जिहे गुण असीं सुणदे ते साडे मन च उहनूं मिलण दे लई खिच पैदा हुंदी कि इहो जिहे बंदे नूं मिलीए तां सही।
ਸਾਡੇ ਅੰਦਰ ਇੱਕ ਖਿੱਚ ਪੈਦਾ ਹੁੰਦੀ ਉਹਨੂੰ ਮਿਲਣ ਦੇ ਲਈ, ਰੀਝ ਪੈਦਾ ਹੁੰਦੀ ਹੈ। ਇਸੇ ਤਰੀਕੇ ਨਾਲ ਪ੍ਰਮਾਤਮਾ ਦਾ ਸਰੂਪ ਦੱਸਿਆ ਸਾਨੂੰ ਸਾਡੇ ਸਤਿਗੁਰੂ ਜੀ ਨੇ। ਪ੍ਰਮਾਤਮਾ ਦੇ ਜੋ ਗੁਣ ਨੇ ਉਹ ਬਖਸ਼ਿਸ਼ ਕੀਤੇ ਕਿ ਇਹੋ ਜਿਹਾ ਪ੍ਰਮਾਤਮਾ, ਤੁਸੀਂ ਉਸ ਪ੍ਰਮਾਤਮਾ ਨਾਲ ਜੁੜੋ। ਗੁਰੂ ਬਾਬਾ ਜੀ ਕਹਿੰਦੇ ਜਪ ਮਨ ਨਿਰਭਉ, ਮੇਰੇ ਮਨਾ ਉਸ ਪ੍ਰਮਾਤਮਾ ਨੂੰ ਚੇਤੇ ਕਰ ਜਿਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਜਿਹੜਾ ਭੈ ਤੋਂ ਰਹਿਤ ਹੈ। ਜੇ ਤੂੰ ਉਹਦਾ ਸਿਮਰਨ ਕਰੇਗਾ ਤੂੰ ਵੀ ਨਿਰਭਉ ਬਣ ਜਾਏਗਾ। ਨਿਰਭਉ ਜਪੈ ਸਗਲ ਭਉ ਮਿਟੈ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ। ਸਾਹਿਬ ਕਹਿੰਦੇ ਉਹ ਵਾਹਿਗੁਰੂ ਦੀ ਵਡਿਆਈ ਕਿ ਸਤ ਸਤ ਸਦਾ ਸਤ। ਸਤ ਦਾ ਅਰਥ ਹੁੰਦਾ ਜਿਹਦੀ ਹਸਤੀ ਸਦਾ ਹੀ ਕਾਇਮ ਰਹਿਣ ਵਾਲੀ ਹੈ। ਸਤ ਦੇ ਮੁਕਾਬਲੇ ਤੇ ਇੱਕ ਲਫ਼ਜ਼ ਜਿਹਨੂੰ ਆਪਾਂ ਕਹਿੰਦੇ ਅਸਤ, ਕੂੜ ਕਹਿ ਲਓ, ਉਹ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਹੁਣ ਵੀ ਹੈ, ਪਹਿਲਾਂ ਵੀ ਸੀ, ਆਉਣ ਵਾਲੇ ਸਮੇਂ 'ਚ, ਭੂਤ ਭਵਿੱਖ ਤੇ ਵਰਤਮਾਨ ਵਿੱਚ, ਜਿਵੇਂ ਆਪਾਂ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਕਹਿੰਦੇ ਹਾਂ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਸਦਾ ਸਤ ਹੈ, ਉਹਦੀ ਹੋਂਦ ਸਦਾ ਬਰਕਰਾਰ ਰਹਿਣ ਵਾਲੀ ਹੈ। ਇਹ ਧਰਤੀ ਕਦੀ ਨਹੀਂ ਰਹੇਗੀ, ਇਹ ਸੂਰਜ ਕਦੀ ਨਹੀਂ ਰਹੇਗਾ, ਇਹ ਚੰਦਰਮਾ ਕਦੀ ਨਹੀਂ ਰਹੇਗਾ, ਕਦੀ ਨਹੀਂ ਸੀ। ਇਹ ਦੁਨੀਆ ਦੇ ਲੋਕ ਨਹੀਂ ਰਹਿਣਗੇ, ਅੱਜ ਹਨ ਕੱਲ ਨੂੰ ਨਹੀਂ ਰਹਿਣਗੇ, ਇਹ ਤੇ ਅਦਲ ਬਦਲ ਹੁੰਦਾ ਰਹਿਣੇ, ਲੇਕਿਨ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ। ਸਾਹਿਬ ਕਹਿੰਦੇ ਨਿਰਵੈਰ ਅਕਾਲ ਮੂਰਤ, ਉਹ ਪ੍ਰਮਾਤਮਾ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਜਿਨ੍ਹਾਂ ਲੋਕਾਂ ਨੂੰ ਰੱਬ ਬਣਾ ਕੇ ਦੁਨੀਆ ਚੇਤੇ ਕਰਦੀ, ਉਹਨਾਂ ਦੀਆਂ ਕਹਾਣੀਆਂ ਸੁਣੀਏ ਨਾ, ਉਹ ਕਹਿੰਦੇ ਜੀ ਉਹਦੇ ਤੇ ਦਿਆਲੂ ਹੋਇਆ, ਉਹਨੂੰ ਵਰ ਦੇਤਾ, ਉਹਦੇ ਨਾਲ ਨਾਰਾਜ਼ ਹੋ ਗਿਆ, ਉਹਨੂੰ ਸਰਾਪ ਦੇ ਦਿੱਤਾ। ਇਹ ਸਰਾਪ ਜਿਹੜਾ ਹੈ ਇਹ ਪਰਉਪਕਾਰੀ ਦੇ ਮਨ ਚੋਂ ਪੈਦਾ ਨਹੀਂ ਹੁੰਦਾ। ਪਰਮਾਤਮਾ ਦੇ ਘਰ 'ਚ ਸਰਾਪ ਨਹੀਂ ਹੈ, ਗੁਰੂ ਦੇ ਘਰ 'ਚ ਸਰਾਪ ਨਹੀਂ ਹੈ। ਰੱਬ ਦੇ ਪਿਆਰੇ ਕਿਸੇ ਨੂੰ ਸਰਾਪ ਨਹੀਂ ਦਿੰਦੇ। ਕਿਸੇ ਨੂੰ ਆਪਣੀਆਂ ਗੱਲਾਂ ਦੇ ਨਾਲ ਤਬਾਹ ਕਰ ਦੇਣਾ ਇਹ ਕੋਈ ਧਾਰਮਿਕਤਾ ਨਹੀਂ ਹੈ। ਪਰਮਾਤਮਾ ਕਦੀ ਕਿਸੇ ਨੂੰ ਤਬਾਹ ਨਹੀਂ ਕਰਦਾ, ਪਰਮਾਤਮਾ ਪਰਉਪਕਾਰ ਹੀ ਕਰਦਾ। ਪਰਮਾਤਮਾ ਜੇ ਪਰਉਪਕਾਰੀ ਹੈ ਤੇ ਪਰਮਾਤਮਾ ਦਾ ਪਿਆਰਾ ਵੀ ਤੇ ਪਰਉਪਕਾਰੀ ਹੈ ਨਾ। ਇਸ ਕਰਕੇ ਪਰਮਾਤਮਾ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਗੁੱਸਾ ਨਹੀਂ, ਕੋਈ ਗਿਲਾ ਨਹੀਂ, ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਪਰਮਾਤਮਾ ਦੀ। ਕਿਉਂਕਿ ਅਸੀਂ ਰੱਬ ਨੂੰ ਆਪਣੀ ਮਰਜ਼ੀ ਦਾ ਕਲਪਿਆ ਹੋਇਆ। ਅਸੀਂ ਸੋਚਦੇ ਕਿ ਅਸੀਂ ਨਾਰਾਜ਼ ਹੋਨੇ, ਰੱਬ ਵੀ ਨਾਰਾਜ਼ ਹੋ ਜਾਏਗਾ। ਸਾਡੇ ਮਨਾਂ 'ਚ ਈਰਖਾ ਭਾਵ ਵੈਰ ਹੈ, ਰੱਬ ਵੀ ਵੈਰ ਰੱਖਦਾ ਹੋਏਗਾ ਕਿਸੇ ਨਾਲ। ਇਹ ਸਾਡੀ ਸੋਚ ਹੈ। ਜੇ ਸਾਡੇ ਵਰਗਾ ਹੀ ਪਰਮਾਤਮਾ ਹੈ ਤੇ ਉਹ ਪਰਮਾਤਮਾ ਕਾਹਦਾ ਹੈ? ਪਰਮਾਤਮਾ ਵੈਰ ਤੋਂ ਰਹਿਤ ਹੈ। ਦੇਖੋ ਪਰਮਾਤਮਾ ਨੂੰ ਜਾਣਨਾ ਹੈ ਤੇ ਪਰਮਾਤਮਾ ਦੇ ਬਣਾਏ ਜਿੰਨੇ ਸੋਮੇ ਨੇ, ਸਰੋਤ ਨੇ, ਉਹਨਾਂ ਨੂੰ ਦੇਖੋ। ਸੂਰਜ ਰੱਬ ਦਾ ਬਣਾਇਆ ਹੈ, ਸੂਰਜ ਦਾ ਤੇ ਕਿਸੇ ਨਾਲ ਕੋਈ ਵੈਰ ਨਹੀਂ ਹੈ, ਬਰਾਬਰ ਇੱਕੋ ਜਿਹਾ ਵਿਹਾਰ ਸਾਰਿਆਂ ਨਾਲ ਕਰਦਾ, ਚੰਗੇ ਨਾਲ ਮਾੜੇ ਨਾਲ, ਕੋਈ ਨੂੰ ਬੁਰਾ ਕਹੇ ਉਹਨੂੰ ਚੰਗਾ ਕਹੇ, ਕਿਸੇ ਨਾਲ ਕੋਈ ਵੈਰ ਨਹੀਂ ਹੈ। ਧਰਤੀ ਸਾਰਿਆਂ ਨੂੰ ਹੀ ਆਸਰਾ ਦਿੰਦੀ ਹੈ, ਚੰਗਿਆਂ ਨੂੰ ਮਾੜਿਆਂ ਨੂੰ। ਧਰਤੀ 'ਚ ਪੈਦਾ ਹੋਇਆ ਰਿਜ਼ਕ ਸਾਰੇ ਹੀ ਖਾਂਦੇ ਨੇ, ਭਾਵੇਂ ਉਹ ਪਰਉਪਕਾਰੀ ਨੇ ਤੇ ਭਾਵੇਂ ਉਹ ਦੁਸ਼ਟ ਨੇ, ਭਾਵੇਂ ਜ਼ਾਲਮ ਨੇ, ਭਾਵੇਂ ਉਹ ਧਰਤੀ ਤੇ ਕੋਈ ਬੂਟੇ ਲਾਉਂਦਾ ਹੈ, ਭਾਵੇਂ ਧਰਤੀ ਤੇ ਕੋਈ ਗੰਦ ਪਾਉਂਦਾ ਹੈ, ਧਰਤੀ ਤੇ ਕਿਸੇ ਨਾਲ ਨਾਰਾਜ਼ ਨਹੀਂ ਹੁੰਦੀ। ਧਰਤੀ ਦਾ ਸੁਭਾਅ ਹੈ ਇਹ ਕਦੀ ਨਾਰਾਜ਼ ਨਹੀਂ ਹੁੰਦੀ। ਪਾਉਣ ਦਾ ਸੁਭਾਅ ਹੈ ਕਦੀ ਨਾਰਾਜ਼ ਨਹੀਂ ਹੁੰਦੇ। ਅੱਗ ਦਾ ਸੁਭਾਅ ਹੈ ਕਦੀ ਨਾਰਾਜ਼ ਨਹੀਂ ਹੁੰਦੀ। ਇਹ ਰੱਬ ਦੇ ਜਿੰਨੇ ਬਣਾਏ ਹੋਏ ਇਹ ਸੋਮੇ ਨੇ, ਇਹ ਇੱਕੋ ਜਿਹਾ ਵਿਹਾਰ ਕਰਦੇ ਨੇ ਸਾਰੀ ਦੁਨੀਆ ਦੇ ਨਾਲ। ਰੱਬ ਵਰਗਾ ਇਹਨਾਂ ਦਾ ਸੁਭਾਅ ਹੈ। ਸਾਹਿਬ ਜੀ ਕਹਿੰਦੇ ਪ੍ਰਮਾਤਮਾ ਵੈਰ ਤੋਂ ਰਹਿਤ ਹੈ, ਰੱਬ ਦੇ ਪਿਆਰੇ ਵੈਰ ਤੋਂ ਰਹਿਤ ਨੇ। ਦੋਸ ਨਿਰਵੈਰ ਪਰਮਾਤਮਾ ਨੂੰ ਚੇਤੇ ਕਰ ਮਨਾ। ਅਕਾਲ ਮੂਰਤ, ਅਕਾਲ ਜਿਹਦੇ ਤੇ ਕਾਲ ਦਾ ਕੋਈ ਪ੍ਰਭਾਵ ਨਹੀਂ ਹੈ, ਜੋ ਸਮੇਂ ਦੀ ਸੀਮਾ ਵਿੱਚ ਨਹੀਂ ਹੈ, ਸਮੇਂ ਦੀ ਪਕੜ ਵਿੱਚ ਨਹੀਂ ਹੈ। ਮੂਰਤ, ਮੂਰਤ ਮੇਰਾ ਹਸਤੀ। ਮੂਰਤ ਦਾ ਅਰਥ ਤਸਵੀਰ ਕਿਤੇ ਵੀ ਨਹੀਂ ਹੈ ਗੁਰਬਾਣੀ ਵਿੱਚ। ਇਹ ਤਸਵੀਰ ਬਦੋ ਬਦੀ ਬਾਹਰੋਂ ਆ ਗਈ ਸਾਡੇ 'ਚ। ਗੁਰਮਤਿ ਅੰਦਰ ਤਸਵੀਰ ਦੀ ਕਿਤੇ ਗੱਲ ਨਹੀਂ ਹੈ। ਗੁਰੂ ਸਾਹਿਬਾਨ ਨੇ ਆਪਣੇ ਜੀਵਨ 'ਚ ਕੋਈ ਤਸਵੀਰ ਨਾ ਬਣਾਈ ਨਾ ਬਣ ਦਿੱਤੀ, ਕੋਈ ਨਹੀਂ ਮਿਲੇਗੀ। ਆ ਕਲਪਤ ਜੀਆਂ ਤਸਵੀਰਾਂ ਬਣਾ ਕੇ ਇਹਨਾਂ ਨੂੰ ਮੱਥੇ ਟੇਕੀ ਜਾਣੇ, ਇਹ ਗੁਰੂ ਦੀਆਂ ਤਸਵੀਰਾਂ ਨਹੀਂ ਹੈ। ਇਹ ਸਾਨੂੰ ਸ਼ਬਦ ਗੁਰੂ ਨਾਲੋਂ ਤੋੜਿਆ ਜਾ ਰਿਹਾ, ਅਸੀਂ ਟੁੱਟ ਗਏ ਸ਼ਬਦ ਗੁਰੂ ਨਾਲੋਂ।
बड़ी डूंगी साजिश के अधीन सानू तोड़िया जा रहा। और वड्डियां वड्डे साडियां सत्कार हस्तियां वालों कि फलाने बाबा जी नूं सुपने च इदां गुरु साहब नजर आया, उन्होंने तस्वीर है, उन्होंने मत्था टेकी जाते हैं लोग। परमात्मा की कोई तस्वीर नहीं है, गुरु की कोई तस्वीर नहीं है, गुरु शब्द है। हुण परमात्मा की तस्वीर देखो, शब्द चित्र गुरु नानक साहब जी ने बनाए हैं। ते गुरु जिहड़ा है वो शरीर नहीं है। बाबा नानक जी ने अपने शरीर नूं किते गुरु नहीं किया। जे बाबे नानक जी का शरीर गुरु हुंदा ते सतगुरु जी ये गुरु अंगद देव जी नूं मत्था क्यों टेकदे? गुरु अंगद देव जी गुरु बन गए, गुरु नानक साहब जी सेवक बन गए। लैणे तू अज तो मेरा गुरु, मैं तेरा सेवक। गुरु अंगद देव जी ने गुरु अमरदास जी नूं गुरता गद्दी दे दी। 10वें पातशाह जी ने यह सारी गल कहती, सब सिखन को हुक्म है गुरु मानियो ग्रंथ। ग्रंथ का अर्थ कला कोई आकार नहीं है कि कागजां दा कोई ग्रंथ है वो साडा गुरु है, वो नहीं। गुरबाणी गुरु, जो इहदे विच गुरबाणी लिखी वो साडा गुरु है। इस करके आकार साडा गुरु नहीं है। इस आकार नूं असीं इस करके सत्कार दिंदे, इत्थे गुरु दे बचन प्रकाशमान ने। जिथों गुरु दे बचन, जिथों परमात्मा दे बचन प्रकाशमान होण, उहनूं असीं सत्कार दिंदे आ। इस करके गुरु साडा गुरबाणी है, गुरु साडा शब्द है। किते भी मूर्त, किते भी शरीर गुरु नहीं है। सतगुरु जी ने कितनी सोहनी गल की, बाबा मड़ी ना गोर गुर अंगद के ही माए। किते गुरु नूं मड़ियां चों ना लभदे रहो कि इत्थे गुरु दा शरीर असीं संस्कारिया सी जां इत्थे गुरु बैठा सी, इत्थे गुरु होवेगा। गुरु अंगद के ही है माए। ते सतगुरु 10वें पातशाह जी ने कहा सी, जदों सिखां कहा तुहाडे दीदार करने होण ते सतगुरु जी कहंदे दर्शन करे ग्रंथ जी आहे, जिन्हें मेरे दीदार करने ने वो ग्रंथ जी दे दीदार करो। जिन्हें मेरे बचन सुनने वो ग्रंथ जी की बाणी सरवण करे। जिन्हें मेरे नाल गलबात करनी है वो गुरबाणी नूं पढ़े विचारे। हुण इदों वध की गल हो सकती? जे सिख फिर भी तस्वीरां दा पुजारी बनिया रहे तो इनू सिक्खी दा पता ही नहीं है। माफ करना, इनू सिक्खी दा पता ही नहीं। सिक्खी दे नां ते असीं बहुत भरम भुलेखे च। मूर्त दा अर्थ तस्वीर नहीं है, मूर्त दा अर्थ है हस्ती, शख्सियत। परमात्मा दी हस्ती जिहड़ी समय दे असर तो रहत है, काल दा कोई उहदे ते प्रभाव नहीं है। आजूनी संभव, वो परमात्मा जूना तो रहत है, वो जमदा मरदा नहीं है। जिहड़ा जन्मे उन्हें मरना भी जरूर है, ते जिहड़ा जम्मे मरे वो परमात्मा हो ही नहीं सकता। जिहदा नाश होने का डर होए परमात्मा कभी हो ही नहीं सकता। इस करके साहब कहते अजूनी, जूना तो रहत परमात्मा, संभव जो स्वै प्रकाशमान है, सुतंत्र है, वो किसी का बनाया होया नहीं है, वो किसी का थापिया होया नहीं है। गुरु के अमृत बोल रोज पढ़ते थापिया ना जाए, कीता ना होए, आपे आप निरंजन सोए। वो अपने आप तो ही बनया होया है, उन्होंने किसी ने कोई नहीं बनाया। जिवें आपां देखते हैं कि रब दे नां ते फलाने थां जी आपां ये रूप स्थापन करना है, भगवान का रूप स्थापन करना है। जो स्थापन किया जो भगवान नहीं हुंदा। इस करके सतगुरु साहब जी कहते अजूनी संभव, वो परमात्मा स्वै प्रकाशमान सुतंत्र। उस परमात्मा के प्यार में जुड़ांगे, असीं भी सुतंत्र हो जावांगे। से मुक्त भए, से मुक्त भए जिन हर ध्याया जी तिन टूटी जम की फांसी। सुतंत्रता मनुख का अधिकार है। परमात्मा ने हर मनुख नूं सुतंत्र भेजिया सी, और मनुख दूजियां चीज़ां नाल जुड़ के गुलाम बन के रह गया, माया का गुलाम बन के रह गया। जे जिंदगी च मनुख सुतंत्र नहीं हो सकिया, इसका मतलब जे मनुख ही नहीं है। सुतंत्र होने का एको एक तरीका है, उस परमात्मा के प्यार जुड़िए जो आप सुतंत्र है, जो आप बंधना तो रहत है, जिहड़ा स्वै प्रकाशमान है। सतगुरु जी कहने मना उस परमात्मा नूं जप जो निरभव है, जो सदा कायम रहने वाला है, जो निर्वैर है, जिहदी हस्ती समय के असर तो रहत है, जो जूना तो रहत है, जो स्वै प्रकाशमान है। जे तू उहदा सिमरन करेगा तू ही स्वतंत्र हो जाएगा। कोई तेनू गुलाम नहीं बना सकेगा।
ਆ ਜਿਹੜੀ ਆਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ ਨਾ, ਆਜ਼ਾਦੀ ਦੀ, ਇਹ ਰਾਜਨੀਤਿਕ ਆਜ਼ਾਦੀ ਕੋ ਬਹੁਤੇ ਮਾਇਨੇ ਨਹੀਂ ਰੱਖਦੀ। ਸਭ ਤੋਂ ਵੱਡੀ ਆਜ਼ਾਦੀ ਮਨ ਦੀ ਹੁੰਦੀ ਹੈ। ਜਿਹੜਾ ਮਾਨਸਿਕ ਤੌਰ ਤੇ ਗੁਲਾਮ ਹੈ ਉਹ ਤੇ ਆਜ਼ਾਦ ਰਾਜਾਂ 'ਚ ਵੀ ਜਾ ਕੇ ਗੁਲਾਮੀ ਵਾਲਾ ਜੀਵਨ ਭੋਗਦਾ ਹੈ। ਮਨੁੱਖ ਨੂੰ ਗੁਲਾਮ ਬਣਾਉਣ ਦੀਆਂ, ਮਾਨਸਿਕ ਤੌਰ ਤੇ ਬੰਧਨਾਂ 'ਚ ਜਕੜਨ ਦੀਆਂ ਬੜੀਆਂ ਸਾਜ਼ਿਸ਼ਾਂ ਮਨੁੱਖੀ ਸਮਾਜ 'ਚ ਹੁੰਦੀਆਂ ਆਈਆਂ ਨੇ। ਇਹਦੀ ਸੋਚ ਨੂੰ ਗੁਲਾਮ ਬਣਾਇਆ ਜਾਂਦਾ ਹੈ। ਜਦੋਂ ਵੀ ਕਿਸੇ ਕੌਮ ਨੂੰ, ਕਿਸੇ ਸਮਾਜ ਨੂੰ ਗੁਲਾਮ ਬਣਾਉਣਾ ਹੁੰਦਾ ਹੈ, ਉਹਦੀ ਸੋਚ ਨੂੰ ਗੁਲਾਮ ਬਣਾਇਆ ਜਾਂਦਾ ਹੈ। ਉਹਨੂੰ ਭਰਮਾਂ 'ਚ ਪਾਇਆ ਜਾਂਦਾ ਹੈ, ਉਹਨੂੰ ਵਹਿਮਾਂ 'ਚ ਪਾਇਆ ਜਾਂਦਾ ਹੈ, ਉਹਨੂੰ ਕਰਮਕਾਂਡਾਂ 'ਚ ਪਾਇਆ ਜਾਂਦਾ ਹੈ। ਸਾਡੇ ਸਤਿਗੁਰੂ ਜੀ ਨੇ ਇਹਨੂੰ ਸ਼ਬਦ ਨਾਲ ਜੋੜ ਕੇ ਸਾਨੂੰ ਇੱਕ ਸੁਤੰਤਰ ਸੋਚ ਦਿੱਤੀ ਸੀ, ਪਰ ਅੱਜ ਸਿੱਖ ਵੀ ਕਰਮਕਾਂਡਾਂ 'ਚ ਪੈ ਗਿਆ। ਸਿੱਖ ਵੀ ਥਾਵਾਂ ਨਾਲ ਵੱਜ ਗਿਆ, ਸਿੱਖ ਵੀ ਨਾਵਾਂ ਨਾਲ ਵੱਜ ਗਿਆ, ਸਿੱਖ ਵੀ ਧੜਿਆਂ ਨਾਲ ਵੱਜ ਗਿਆ। ਉਦੋਂ ਅੱਗੇ ਸੋਚ ਚੱਲਦੀ ਨਹੀਂ ਸਾਡੀ। ਸਾਡੀ ਸੋਚ ਜਿਹੜੀ ਹੈ ਨਾ ਉਹ ਬੰਧਨਾਂ 'ਚ ਪੈ ਗਈ, ਇੱਕੋ ਥਾਂ ਤੇ ਸੀਮਤ ਹੋ ਕੇ ਰਹਿ ਗਈ। ਸਾਨੂੰ ਸਤਿਗੁਰੂ ਜੀ ਨੇ ਕਿ ਅਸੀਂ ਮਨ ਨੂੰ ਜਿੱਤੋ, ਮਨ ਨੂੰ ਸੁਤੰਤਰ ਕਰੋ, ਜਗਤ ਦੇ ਜੇਤੂ ਬਣ ਜਾਓਗੇ। ਤੇ ਅਸੀਂ ਵੀ ਸੋਚਦੇ ਕਿ ਕੁਝ ਕੁ ਖਿੱਤੇ 'ਚ ਰਹਿ ਕੇ ਅਸੀਂ ਸ਼ਾਇਦ ਬਹੁਤੀ ਗੱਲ ਕਰ ਸਕਾਂਗੇ। ਬਾਬਾ ਨਾਨਕ ਜੀ ਨੇ ਕਿ ਅਸੀਂ ਆਈ ਪੰਥੀ ਸਗਲ ਜਮਾਤੀ, ਸਾਰੀ ਦੁਨੀਆ ਹੀ ਸਾਡੀ ਜਮਾਤ ਹੈ, ਸਾਰੀ ਦੁਨੀਆ ਸਾਡਾ ਭਾਈਚਾਰਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਸੁਤੰਤਰ ਸਵੈਮਾਨ ਨਾਲ ਵਿਚਰਨਾ, ਜੇ ਆਤਮ ਸਨਮਾਨ ਪ੍ਰਾਪਤ ਕਰਨਾ, ਤੇ ਫਿਰ ਉਸ ਪ੍ਰਮਾਤਮਾ ਨੂੰ ਜਪੋ ਜਿਹੜਾ ਸਵੈ ਪ੍ਰਕਾਸ਼ਮਾਨ ਹੈ। ਪ੍ਰਮਾਤਮਾ ਦੇ ਨਾਮ ਤੇ ਬਹੁਤ ਕੁਝ ਹੋ ਰਿਹਾ ਹੈ, ਪਰ ਆਪਾਂ ਪੜਚੋਲ ਕਰੀਏ ਕਿ ਮਨੁੱਖੀ ਸਮਾਜ ਸਵੈਮਾਨ ਨਾਲ ਜਿਉ ਰਿਹਾ। ਮਨੁੱਖੀ ਮਨ ਦੇ ਅੰਦਰ ਆਤਮ ਸਨਮਾਨ ਹੈ, ਉਹਦੇ ਅੰਦਰ ਅਣਖ, ਉਹਦੇ ਅੰਦਰ ਸਵੈਮਾਨ ਹੈਗਾ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਜੇ ਪਰਮਾਤਮਾ ਦਾ ਕੋਈ ਕੰਮ ਕੀਤੇ ਆ, ਤੁਹਾਡੇ ਅੰਦਰ ਸਵੈਮਾਨ ਨਹੀਂ ਤੇ ਉਹ ਪਰਮਾਤਮਾ ਦਾ ਕੰਮ ਹੀ ਨਹੀਂ ਹੈ। ਗੁਰੂ ਕਾ ਇੱਕ ਬੜਾ ਪਿਆਰਾ ਬਚਨ ਹੈ, ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਹੇ ਜਿਨਿਉ। ਪਤ ਵਿਣ ਪੂਜਾ ਦਾ ਅਰਥ ਤੁਸੀਂ ਕਹਿੰਦੇ ਰੱਬ ਦੀ ਪੂਜਾ ਕਰਦੇ ਆ। ਜੇ ਪੂਜਾ ਕਰਦੇ ਫਿਰ ਆਤਮ ਸਨਮਾਨ ਹੋਣਾ ਚਾਹੀਦਾ, ਇੱਜ਼ਤ ਦੇ ਨਾਲ ਜਿਉਣ ਦੀ ਜਾਂਚ ਹੋਣੀ ਚਾਹੀਦੀ, ਲੋਕਾਂ ਨੂੰ ਇੱਜ਼ਤ ਦੇਣ ਦੀ ਜਾਂਚ ਹੋਣੀ ਚਾਹੀਦੀ ਹੈ। ਲੋਕਾਂ ਦੀ ਇੱਜ਼ਤ ਕਰੋ, ਆਪਣੇ ਅੰਦਰ ਇੱਕ ਸਵੈਮਾਨ ਪੈਦਾ ਕਰੋ। ਪਰ ਜੇ ਇਹ ਕੁਝ ਨਹੀਂ ਤੇ ਪੂਜਾ ਨਹੀਂ, ਇਹ ਪਖੰਡ ਹੈ, ਫਿਰ ਧਰਮ ਨਹੀਂ, ਇਹ ਕੇਵਲ ਅਡੰਬਰ ਹੈ। ਇਸ ਕਰਕੇ ਉਸ ਪ੍ਰਮਾਤਮਾ ਦੇ ਪਿਆਰ ਜੁੜ ਕੇ ਮਨੁੱਖ ਦੇ ਅੰਦਰ ਸਵੈਮਾਨ ਪੈਦਾ ਹੁੰਦਾ ਹੈ, ਮਨੁੱਖ ਦੇ ਅੰਦਰ ਇੱਕ ਸੁਤੰਤਰ ਸੋਚ ਪੈਦਾ ਹੁੰਦੀ ਹੈ। ਗੁਰੂ ਸਾਹਿਬ ਜੀ ਕਹਿੰਦੇ ਮਨਾ ਉਸ ਪ੍ਰਮਾਤਮਾ ਨੂੰ ਚੇਤੇ ਕਰ, ਮੇਰੇ ਮਨ ਅਨ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ। ਉਹ ਮੇਰੇ ਮਨਾ ਹਰ ਰੋਜ਼ ਦਿਨ ਰਾਤ ਉਸ ਪ੍ਰਮਾਤਮਾ ਨੂੰ ਚੇਤੇ ਕਰ ਜਿਹਦਾ ਆਕਾਰ ਕੋਈ ਨਹੀਂ ਹੈ, ਆਕਾਰ ਕੋਈ ਨਹੀਂ ਹੈ। ਜੋ ਆਕਾਰ ਵਾਲਾ ਹੋਏ ਉਹ ਰੱਬ ਨਹੀਂ ਹੋ ਸਕਦਾ। ਰੱਬ ਦਾ ਕੋਈ ਆਕਾਰ ਨਹੀਂ ਹੈ। ਰੱਬ ਤਾਂ ਸਰਵ ਵਿਆਪਕ ਹੈ, ਰੱਬ ਤਾਂ ਇੱਕ ਨੂਰ ਹੈ, ਰੱਬ ਤਾਂ ਇੱਕ ਜੋਤ ਹੈ, ਰੱਬ ਤਾਂ ਇੱਕ ਪਾਵਰ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਿਰੰਕਾਰ, ਜਿਹਦਾ ਕੋਈ ਆਕਾਰ ਨਹੀਂ ਹੈ। रोज गुरु के बचन पढ़ते चक्कर चिन्ह अर वर्ण जात अर पात नाहिन जे रूप रंग रेख पेखु कह न सकत के अचल मूर्त अनभव प्रकाश अमितोज कह जय कोट इंद्र इंद्राण साहे सहान गणी जी। वो परमात्मा का कोई रंग रूप वर्ण जात चक्कर चिन्ह जात पात कोई नहीं है। वो परमात्मा सर्वव्यापक। कोई कहे बिजली का रंग दसो दस सकते, कोई कहो जी बिजली का आकार दसो दस सकता कोई कहे जिमें बिजली नूं अखां नाल देखना है, बिजली नूं हत्थां च फड़ना है, ये कुछ हो सकता है? वो पावर है। बिजली नाल पखे चलते ने, एसी चलते ने, वड्डियां वड्डियां मशीनां इंडस्ट्रियां चलदियां ने, ये बिजली करके चलदियां ने। परमात्मा एक पावर है, उहदे नाल जगत चल रहा है। हुण बिजली नूं असीं देखिया नहीं, पर बिजली तो सुख तो मान रहे हैं ना। ਉਹਦੇ ਚੱਲ ਰਹੇ ਕੰਮਾਂ ਤੋਂ ਸਾਨੂੰ ਪਤਾ ਕਿ ਬਿਜਲੀ ਹੈ। ਪਰਮਾਤਮਾ ਨੂੰ ਦੇਖਿਆ ਨਹੀਂ ਜਾ ਸਕਦਾ। ਪਰਮਾਤਮਾ ਨੂੰ ਦੇਖਣ ਲਈ ਇਹ ਅੱਖਾਂ ਨਹੀਂ ਹੈ। ਪਰਮਾਤਮਾ ਨੂੰ ਦੇਖਣ ਲਈ ਤਾਂ ਸੁਰਤ ਦੀ ਜਾਗਰਤੀ ਦੀ ਲੋੜ ਹੈ। ਨਾਨਕ ਸੀ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਉਹ ਵਾਹਿਗੁਰੂ ਜੀ ਨਜ਼ਰ ਆਉਂਦਾ। ਉਹ ਅੱਖਾਂ ਨੇ ਸੁਰਤ ਦੀਆਂ। ਲੋਇਣ ਸੁਰਤ ਕਰੇ
ਸੁਰਤ ਜੋੜਨੀ ਉਹਦੇ ਵਿੱਚ। ਅਸੀਂ ਸੋਚਦੇ ਅੱਖਾਂ ਨਾਲ ਰੱਬ ਜਿਹੜਾ ਨਜ਼ਰ ਆਉਂਦਾ ਉਹ ਰੱਬ ਹੈ, ਪਰ ਗੁਰਬਾਣੀ ਕਹਿੰਦੀ ਸੁਰਤ ਦੇ ਨਾਲ ਤੁਹਾਨੂੰ ਦੀਦਾਰ ਹੋਣਗੇ। ਜਦੋਂ ਤੁਸੀਂ ਦੇਖੋਗੇ ਸਾਰੇ ਥਾਵਾਂ ਤੇ ਉਹਦੇ ਦੀਦਾਰ ਹੋ ਜਾਣਗੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਪਿੰਨ ਨਹੀਂ ਕੋਈ। ਇਹ ਮੇਰੇ ਮਨਾ ਹਰ ਰੋਜ਼ ਉਸ ਪ੍ਰਮਾਤਮਾ ਨੂੰ ਧਿਆਇਆ ਕਰ ਜਿਹਦਾ ਆਕਾਰ ਕੋਈ ਨਿਰੰਕਾਰ, ਨਿਰਾਹਾਰੀ, ਜਿਹਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੈ। ਆਪਾਂ ਦੇਖਦੇ ਹਾਂ ਨਾ, ਰੱਬ ਨੂੰ ਭੋਗ ਲਾਇਆ ਜਾਂਦਾ ਹੈ, ਮੂਰਤੀਆਂ ਨੂੰ ਭੋਗ ਲਾਇਆ ਜਾਂਦਾ ਹੈ। ਦੇਖਾ ਦੇਖੀ ਸਿੱਖ ਵੀ ਭੋਗ ਲਗਾਉਣ ਲੱਗ ਪਏ, ਚਲੋ ਜੀ ਭੋਗ ਲਵਾਉਣਾ ਗੁਰੂ ਨੂੰ। ਇਹ ਭੋਗ ਲਾਉਣ ਦੀ ਮਰਜ਼ਾਦਾ ਗੁਰਮਤਿ ਦੀ ਨਹੀਂ। ਹਾਂ, ਅਰਦਾਸ ਜ਼ਰੂਰ ਹੈ ਕਿ ਆਪਾਂ ਗੁਰੂ ਦੇ ਦਰ ਤੇ ਅਰਦਾਸ ਕਰਕੇ ਲੰਗਰ ਵਰਤਾਉਣਾ ਹੈ, ਇਹ ਜ਼ਰੂਰੀ ਹੈ। ਲੇਕਿਨ ਭੋਗ ਲਗਾਉਣਾ ਸਨਾਤ ਹਿੰਦੂ ਮਤ ਦਾ ਸੀ ਮਾਰਗ। ਆਰੀਆ ਸਮਾਜ ਵੀ ਥੋੜਾ ਉੱਚਾ ਉੱਠਿਆ। ਸਾਧੂ ਦਿਆਨੰਦ ਜੀ ਜਿਹੜੇ ਹੋਏ ਨੇ, ਉਹਨਾਂ ਨੇ ਦੇਖਿਆ ਕਿ ਮੂਰਤ ਦੇ ਅੱਗੇ ਕੋਈ ਚੀਜ਼ ਰੱਖੀ, ਉਹਨੂੰ ਚੂਹੇ ਖਾ ਰਹੇ ਨੇ, ਉਹ ਮੂਰਤੀ ਪੂਜਾ ਤੋਂ ਹਟ ਗਏ। ਆਰੀਆ ਸਮਾਜ ਦੇ ਲੋਕ ਮੂਰਤੀ ਨਹੀਂ ਪੂਜਦੇ, ਹੁਣ ਦਾ ਮੈਨੂੰ ਪਤਾ ਨਹੀਂ, ਪਰ ਜੋ ਅਰੰਭਤ ਹੈ ਉਹ ਮੂਰਤੀ ਦੇ ਪੁਜਾਰੀ ਨਹੀਂ, ਕਹਿੰਦੇ ਮੂਰਤੀ ਰੱਬ ਨਹੀਂ ਹੋ ਸਕਦੀ। ਸਨਾਤਨ ਮਤ ਤੇ ਆਰੀਆ ਸਮਾਜ 'ਚ ਥੋੜਾ ਫਰਕ ਹੈ। ਗੁਰਮਤ ਨੇ ਸਾਨੂੰ ਮੂਰਤਾਂ ਨਾਲ ਨਹੀਂ ਜੋੜਿਆ ਕਿ ਭੋਗ ਲਗਾਓ ਮੂਰਤਾਂ ਨੂੰ। ਕੋਈ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਲਿਆ ਕੇ ਥਾਲ ਰੱਖ ਕੇ ਭੋਗ ਲਵਾਉਣਾ, ਕੋਈ ਮੂਰਤ ਅੱਗੇ, ਤੇ ਫਰਕ ਕੀ ਹੈ ਬਈ? ਹਾਂ, ਗੁਰੂ ਅੱਗੇ ਅਰਦਾਸ ਕਰਨੀ ਹੈ। ਕੋਈ ਕਾਰ ਸ਼ੁਰੂ ਕਰਨ ਤੋਂ ਪਹਿਲਾਂ, ਲੰਗਰ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨੀ। ਤੇ ਜੋ ਗੁਰਮਤਿ ਦੀ ਮਰਜ਼ਾਦਾ ਹੈ, ਕਿਰਪਾਨ ਭੇਟ। ਗੁਰੂ ਸਾਹਿਬ ਜੀ ਦੇ ਦਰ ਤੇ ਜਦੋਂ ਕੋਈ ਚੀਜ਼ ਆਉਂਦੀ ਸੀ, ਸਤਿਗੁਰੂ ਜੀ ਨੂੰ ਸ਼ਸਤਰ ਸੁਆ ਕੇ ਪ੍ਰਵਾਨਗੀ ਦਿਆ ਕਰਦੇ ਸਨ, ਤੇ ਉੱਥੋਂ ਕਿਰਪਾਨ ਭੇਟ ਦੀ ਮਰਜ਼ਾਦਾ ਚੱਲੀ ਹੈ। ਭੋਗ ਨਹੀਂ ਹੈ ਗੁਰਮਤਿ ਦੇ ਅੰਦਰ, ਭੋਗ ਸਾਡਾ ਲਫ਼ਜ਼ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਨਿਰਾਹਾਰੀ ਹੈ, ਉਹਨੂੰ ਤੇ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਨਾਲੇ ਜੋ ਅਸੀਂ ਖਾਣੇ ਉਹ ਪਰਮਾਤਮਾ ਨੇ ਖਾਣਾ। ਹੈਰਾਨੀ ਦੀ ਗੱਲ ਕਹੀ, ਪਤਾ ਨਹੀਂ ਕਿਹਨਾਂ ਕਿਹਨਾਂ ਚੀਜ਼ਾਂ ਨੂੰ ਭੋਗ ਲਵਾਉਣਾ ਸ਼ੁਰੂ ਕਰਤਾ। ਪੀਜ਼ਿਆਂ ਨੂੰ ਭੋਗ ਲਗਾਓ, ਫਲਾਣੀਆਂ ਚੀਜ਼ਾਂ ਨੂੰ ਭੋਗ ਲਗਾਓ। ਪਰਮਾਤਮਾ ਨਿਰਾਹਾਰੀ ਹੈ। ਜੇ ਕਿਤੇ ਵਾਕਿਆ ਹੀ ਰੱਬ ਨੂੰ ਇਹ ਚੀਜ਼ਾਂ ਜਾਂਦੀਆਂ ਹੋਣ ਨਾ, ਜੋ ਅਸੀਂ ਭੋਗ ਲਵਾਉਣ ਦੇ ਨਾਂ ਤੇ ਰੱਖਦੇ, ਮਾਫ ਕਰਨਾ, ਆ ਪਸ਼ੂ ਪੰਛੀ ਹੈ ਨਾ, ਇਹ ਆਪਣੀ ਜ਼ਿੰਦਗੀ ਜਿਉਂਦੇ ਨੇ, ਸੁਤੰਤਰ ਨੇ, ਤੰਦਰੁਸਤ ਨੇ। ਜਿਨ੍ਹਾਂ ਨੂੰ ਅਸੀਂ ਆਪਣੇ ਕੋਲ ਰੱਖ ਲਿਆ, ਘਰਾਂ 'ਚ ਜਿਹੜੇ ਪੈਟਸ ਪਾਲੇ ਨੇ, ਕੁੱਤੇ ਨੇ, ਬਿੱਲੀਆਂ ਨੇ, ਜਾਂ ਹੋਰ ਪਸ਼ੂ ਨੇ, ਉਹਨਾਂ ਨੂੰ ਅਸੀਂ ਆਪਣੀ ਮਰਜ਼ੀ ਦਾ ਖਵਾਉਂਦੇ, ਫਿਰ ਉਹ ਬਿਮਾਰ ਹੋਣੇ ਸ਼ੁਰੂ ਹੋ ਗਏ। ਉਹਨਾਂ ਲਈ ਫਿਰ ਹਸਪਤਾਲ ਖੋਲ੍ਹ ਗਏ, ਉਹਨਾਂ ਲਈ ਡਾਕਟਰ ਬਣ ਗਏ। ਉਹਨਾਂ ਨੂੰ ਬਿਮਾਰ ਕਰਤਾ ਨਾ ਅਸੀਂ। ਤੇ ਜੇ ਜੋ ਕੁਝ ਅਸੀਂ ਖਾਣੇ ਤੇ ਰੱਬ ਨੂੰ ਭੋਗ ਲਾਉਣੇ, ਰੱਬ ਨੂੰ ਵੀ ਰੋਗੀ ਕਰ ਦਾਂਗੇ ਅਸੀਂ। ਤਾਂ ਰੱਬ ਨੂੰ ਰੋਗੀ ਕਰ ਦਾਂਗੇ ਅਸੀਂ। ਤਾਂ ਰੱਬ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਰੱਬ ਨੂੰ ਕੇਵਲ ਪਿਆਰ ਦੀ ਲੋੜ ਹੈ। ਰੱਬ ਨਿਰਾਹਾਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਰਮਾਤਮਾ ਨੂੰ ਉਸ ਨੂੰ ਜਪੋ ਜਿਹੜਾ ਨਿਰਾਹਾਰੀ ਹੈ, ਜਿਹਨੂੰ ਭੁੱਖ ਹੀ ਨਹੀਂ ਲੱਗਦੀ, ਜਿਹਨੂੰ ਕਿਸੇ ਭੋਜਨ ਦੀ ਲੋੜ ਨਹੀਂ ਹੈ, ਉਹ ਤੇ ਸਾਰੇ ਹਿਰਦਿਆਂ 'ਚ ਬੈਠਾ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਚੇਤੇ ਕਰ ਜਿਹੜਾ ਨਿਰਾਹਾਰੀ ਹੈ, ਜਿਹਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ। ਰਹਾਓ ਹਰ ਦਰਸ਼ਨ ਕਉ, ਹਰ ਦਰਸ਼ਨ ਕਉ, ਕੋਟ ਕੋਟ 33 ਸਿੱਧ ਜਤੀ ਜੋਗੀ, ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਉਹ ਪਰਮਾਤਮਾ ਹਰੀ ਜਿਹੜਾ ਸਾਰੇ ਥਾਵਾਂ ਤੇ ਹੈ, ਉਹਦੇ ਦਰਸ਼ਨਾਂ ਦੀ ਖਾਤਰ, ਉਹਨੂੰ ਮਿਲਣ ਦੀ ਖਾਤਰ ਕਰੋੜਾਂ ਕਰੋੜਾਂ ਲੋਕ, 33 ਕਰੋੜ ਦੇਵਤੇ ਕਲਪੇ ਨੇ ਹਿੰਦੂ ਸਮਾਜ ਦੇ ਅੰਦਰ। ਇਹ ਜਿੰਨੇ ਵੀ ਦੇਵਤੇ ਨੇ, ਭਾਵੇਂ 33 ਕਰੋੜ ਨੇ, ਭਾਵੇਂ ਵੱਧ ਨੇ, ਭਾਵੇਂ ਘੱਟ ਨੇ, ਜਿੰਨੇ ਵੀ ਨੇ, ਉਹ ਸਾਰੇ ਯਤਨ ਕਰਦੇ ਰਹੇ ਪਰਮਾਤਮਾ ਨੂੰ ਲੱਭਣ ਦੇ ਲਈ। ਪਰਮਾਤਮਾ ਦੇ ਨਾਂ ਤੇ ਕੋਈ ਜੰਗਲਾਂ 'ਚ ਫਿਰ ਰਿਹਾ ਹੈ, ਕੋਈ ਜਪ ਕਰ ਰਿਹਾ ਹੈ, ਕੋਈ ਤਪ ਕਰ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਰੇ ਤਟ ਤੀਰਥ ਪਰ ਭਵਨ ਕਰਤ ਕਰਤ ਰਹਿਤ ਨਿਰਾਹਾਰੀ। ਤਟ ਮੈਣਾ ਕੰਢੇ, ਦਰਿਆਵਾਂ ਦੇ ਕੰਢੇ, ਸਮੁੰਦਰਾਂ ਦੇ ਕੰਢੇ, ਤੀਰਥਾਂ ਤੇ ਜਾ ਕੇ, ਦਰਿਆਵਾਂ ਦੇ ਕੰਢਿਆਂ ਤੇ ਜਾ ਕੇ। ਪਰ ਭਵਨ, ਪਰ ਭਵਨ ਦਾ ਅਰਥ ਹੁੰਦਾ ਹੈ ਫਿਰਦੇ ਰਹਿਣਾ, ਘਰ ਤੋਂ ਬਾਹਰ। ਭਵਨ ਮੈਣਾ ਘਰ, ਪਰ ਭਵਨ ਘਰ ਤੋਂ ਬਾਹਰ ਤੁਰੇ ਫਿਰਨਾ। ਕਰਤ ਰਹਿਤ ਨਿਰਾਹਾਰੀ। ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਦੇ ਦਰਸ਼ਨ ਕਰਨ ਦੇ ਲਈ 33 ਕਰੋੜ ਦੇਵਤੇ, ਜੋਗੀ, ਜਤੀ, ਸਿੱਧ ਤੀਰਥਾਂ ਤੇ, ਦਰਿਆਵਾਂ ਤੇ, ਜੰਗਲਾਂ ਦੇ ਵਿੱਚ ਬੈਠੇ, ਘਰਾਂ ਤੋਂ ਬਾਹਰ ਤੁਰੇ ਫਿਰਦੇ ਨੇ, ਨਿਰਾਹਾਰੀ, ਭੁੱਖੇ ਭੁੱਖੇ ਰਹਿ ਰਹਿ ਕੇ ਦਿਨ ਰਾਤ ਉਹਨੂੰ ਰੱਬ ਨੂੰ ਲੱਭਣਾ ਚਾਹੁੰਦੇ ਨੇ। ਬੇਅੰਤ ਲੋਕ ਮਨਾ ਉਸ ਪਰਮਾਤਮਾ ਨੂੰ ਚੇਤੇ ਕਰ ਤੂੰ, ਜੋ ਪ੍ਰਮਾਤਮਾ ਨਿਰਭਉ ਨਿਰਵੈਰ ਅਕਾਲ ਮੂਰਤ ਨਿਰਹਾਰੀ, ਉਹਨੂੰ ਚੇਤੇ ਕਰ ਜਿਹਨੂੰ ਲੱਭਣ ਲਈ ਦੇਵਤੇ ਵੀ ਤਰਸਦੇ। ਤੈਨੂੰ ਦੇਵਤਿਆਂ ਨੂੰ ਪੂਜਣ ਦੀ ਕੀ ਲੋੜ ਹੈ?
ਦੇਵਤੇ ਤੇ ਆਪ ਪਰਮਾਤਮਾ ਨੂੰ ਲੱਭਦੇ ਫਿਰਦੇ ਨੇ। ਸਤਿਗੁਰੂ ਜੀ ਕਹਿੰਦੇ ਤਿੰਨ ਜਨ ਕੀ ਸੇਵਾ ਥਾਏ ਪਈ, ਜਿਨ ਕੋ ਕਿਰਪਾਲ ਹੋਵਤ ਬਨਵਾਰੀ। ਬਹੁਤ ਯਤਨ ਕਰਦੇ ਨੇ ਉਸ ਪਰਮਾਤਮਾ ਨੂੰ ਮਿਲਣ ਦੇ ਲਈ, ਪਰਮਾਤਮਾ ਦੇ ਦਰਸ਼ਨ ਕਰਨ ਦੇ ਲਈ, ਪਰ ਸੇਵਾ ਉਹਦੀ ਪ੍ਰਵਾਨ ਹੁੰਦੀ ਹੈ, ਘਾਲਣਾ ਉਹਦੀ ਥਾਂ ਪੈਂਦੀ ਹੈ ਜਿਨ੍ਹਾਂ ਤੇ ਪਰਮਾਤਮਾ ਦਿਆਲੂ ਹੋ ਜਾਂਦਾ ਹੈ, ਜਿਨ੍ਹਾਂ ਤੇ ਪਰਮਾਤਮਾ ਮਿਹਰ ਕਰ ਦਿੰਦਾ ਹੈ। ਬਨਵਾਰੀ ਦਾ ਅਰਥ ਹੈ ਬਨ ਦੇ ਫੁੱਲਾਂ ਦੀ ਮਾਲਾ ਹੈ ਜਿਹਦੇ ਗਲ ਵਿੱਚ। ਉਹ ਪਰਮਾਤਮਾ ਜਿਹੜਾ ਸਰਵ ਵਿਆਪਕ ਹੈ, ਉਸ ਪਰਮਾਤਮਾ ਦੀ ਰਹਿਮਤ ਜਿਹਦੇ ਤੇ ਹੁੰਦੀ ਉਹ ਪਰਮਾਤਮਾ ਨੂੰ ਮਿਲਦਾ ਹੈ, ਉਹ ਪਰਮਾਤਮਾ 'ਚ ਵਿਲੀਨ ਹੁੰਦਾ। ਹੁਣ ਪਰਮਾਤਮਾ ਦੀ ਰਹਿਮਤ ਕੀ, ਪਰਮਾਤਮਾ ਸਾਰਿਆਂ ਤੇ ਰਹਿਮਤ ਨਹੀਂ ਕਰਨਾ ਚਾਹੁੰਦਾ, ਪਰਮਾਤਮਾ ਤੇ ਕਰਨਾ ਚਾਹੁੰਦਾ। ਪਰਮਾਤਮਾ ਨੇ ਤੇ ਰਹਿਮਤ ਕਰਕੇ ਜ਼ਿੰਦਗੀ ਦਿੱਤੀ ਹੈ। ਪਰਮਾਤਮਾ ਨੇ ਜ਼ਿੰਦਗੀ ਦਿੱਤੀ ਇਸ ਲਈ ਕਿ ਅਸੀਂ ਇੱਥੇ ਆਈਏ, ਜਿਸ ਮਕਸਦ ਲਈ ਸਾਨੂੰ ਰੱਬ ਨੇ ਭੇਜੀ ਹੈ। ਜ਼ਿੰਦਗੀ ਦਾ ਕੋਈ ਮਕਸਦ ਹੈ, ਇਹ ਨਹੀਂ ਆਏ ਵੱਡੇ ਹੋਏ, ਕਮਾਇਆ, ਖਾਧਾ ਤੇ ਲੋਕਾਂ ਨੂੰ ਲੁੱਟ ਸੁੱਟ ਕਰਕੇ ਢੇਰ ਲਾ ਕੇ ਚਲੇ ਗਏ। ਜ਼ਿੰਦਗੀ ਦਾ ਮਕਸਦ ਨਹੀਂ ਹੈ। ਪਰਮਾਤਮਾ ਨੇ ਇਹ ਸ੍ਰਿਸ਼ਟੀ ਬਣਾਈ ਹੈ, ਧਰਤੀ ਬਣਾਈ ਹੈ। ਇਹ ਧਰਤੀ ਤੇ ਰਚਨਾ ਸਿਰਜਣਾ ਮਨੁੱਖ ਨੇ ਕਰਨੀ ਹੈ। ਇਹ ਧਰਤੀ ਨੂੰ ਸੰਭਾਲਣਾ ਮਨੁੱਖ ਨੇ। ਜਦੋਂ ਤੁਸੀਂ ਧਰਤੀ ਦੀ ਸੰਭਾਲ ਵਾਲੇ ਬੰਨੇ ਲੱਗ ਜਾਓਗੇ, ਪ੍ਰਕਿਰਤੀ ਦੀ ਸੰਭਾਲ ਵਾਲੇ ਬੰਨੇ ਲੱਗ ਜਾਓਗੇ, ਮਨੁੱਖਤਾ ਦੀ ਸੰਭਾਲ ਬੰਨੇ ਲੱਗ ਜਾਓਗੇ, ਪਰਮਾਤਮਾ ਦਿਆਲੂ ਹੋ ਜਾਏਗਾ। ਸਤਿਗੁਰੂ ਜੀ ਨੇ ਉਸ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਸਾਨੂੰ ਮਾਰਗ ਪਤਾ ਕੀ ਦਿੱਤਾ ਹੈ? ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁਡਾਈਏ। ਕਿਤੇ ਨਹੀਂ ਕਿਹਾ ਕਿ ਤੁਸੀਂ ਲੁਕ ਕੇ ਬੈਠੋਗੇ ਰੱਬ ਤੁਹਾਡੇ ਤੇ ਪ੍ਰਸੰਨ ਹੋਏਗਾ, ਜੰਗਲਾਂ 'ਚ ਬੈਠੋਗੇ ਜਾਂ ਕੋਈ ਮਾਲਾ ਫੇਰੋਗੇ, ਕਿਤੇ ਨਹੀਂ ਕਿਹਾ। ਮੁਬਾਰਕ ਹੈ ਜਿਹੜੇ ਫੇਰਦੇ ਨੇ ਭਾਈ, ਉਹਨਾਂ ਦੀ ਮਰਜ਼ੀ ਹੈ। ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਮਨੁੱਖਤਾ ਦੀ ਸੇਵਾ, ਧਰਤੀ ਦੀ ਸੰਭਾਲ, ਪ੍ਰਕਿਰਤੀ ਦੀ ਸੰਭਾਲ। ਹੁਣ ਅਸੀਂ ਬੜੀ ਇਮਾਨਦਾਰੀ ਦੇ ਨਾਲ ਪੜਚੋਲ ਕਰੀਏ ਸਮਾਜ ਦੀ, ਧਾਰਮਿਕ ਸਮਾਜ ਦੀ ਕਰ ਲਈਏ ਕਿ ਕਿੰਨਾ ਕੁ ਪ੍ਰਕਿਰਤੀ ਨੂੰ ਸੰਭਾਲਣ ਵਾਲੇ ਬੰਨੇ ਲੱਗੇ ਆ। ਗੁਰੂ ਸਾਹਿਬਾਂ ਦਾ ਇਤਿਹਾਸ ਪੜ੍ਹੋ। ਸਤਿਗੁਰੂ ਜੀ ਨੇ ਮਨੁੱਖਤਾ ਨੂੰ ਸੰਭਾਲਣ ਲਈ ਕਦਮ ਉਠਾਏ ਕਿ ਇਨਸਾਨੀਅਤ ਮਾਰੀ, ਇਹਨੂੰ ਆਪਾਂ ਪੈਦਾ ਕਰਨਾ ਹੈ, ਲੋਕਾਂ 'ਚ ਮਨੁੱਖਤਾ ਪੈਦਾ ਕਰਨੀ, ਦਇਆ, ਸਤ, ਸੰਤੋਖ, ਜੋ ਰੱਬੀ ਗੁਣ ਇਹ ਪੈਦਾ ਕਰਨੇ ਨੇ। ਫਿਰ ਧਰਤੀ ਨੂੰ ਸੰਭਾਲਣ ਲਈ ਸਤਿਗੁਰੂ ਜੀ ਨੇ ਬਾਗ ਲਗਾਏ, ਖੂਹ ਲਵਾਏ, ਥਾਂ ਥਾਂ ਤੇ ਸਰੋਵਰ ਬਣਾਏ। ਇਹ ਸਭ ਇਸ এনवायरमेंट ਨੂੰ ਵਧੀਆ ਬਣਾਉਣ ਲਈ ਸੀ। ਤੇ ਅਸੀਂ ਤਰੱਕੀ ਕਰ ਗਏ। ਪਤਾ ਕੀ ਤਰੱਕੀ ਕਰ ਗਏ? ਅਸੀਂ ਨੂੰ ਬਾਗ ਬੂਗ ਵੱਢ ਕੇ ਉੱਥੇ ਸੰਗਮਰਮਰ ਲਿਆ ਕੇ ਲਾਤੀ, ਰਾਜਸਥਾਨ ਦਾ ਪੱਥਰ ਜੀ, ਅਸੀਂ ਬੜੀ ਤਰੱਕੀ ਕਰ ਗਏ। ਗੁਰਦੁਆਰੇ ਦਾ ਨਾਂ ਹੁੰਦਾ ਗੁਰੂ ਕਾ ਬਾਗ, ਤੇ ਬੂਟਾ ਉੱਥੇ ਹੁੰਦਾ ਹੀ ਕੋਈ ਨਹੀਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ, ਬੂਟਾ ਹੁੰਦਾ ਹੀ ਕੋਈ ਨਹੀਂ। ਅਸੀਂ ਕਹਿੰਦੇ ਬੜੀ ਸੇਵਾ ਕੀਤੀ, ਪੱਥਰ ਲਾ ਕੇ। ਪੱਥਰ ਲਾਉਣਾ ਕੋਈ ਸੇਵਾ ਨਹੀਂ। ਸਫਾਈ ਹੋਣਾ, ਸਾਫ ਸੁਥਰੇ ਹੋਣਾ, ਵਧੀਆ ਗੁਰੂ ਦੇ ਘਰ ਹੋਣਾ ਚੰਗੀ ਗੱਲ ਹੈ, ਹੋਣੇ ਚਾਹੀਦੇ ਨੇ। ਪਰ ਜੇ ਗੁਰਦੁਆਰਿਆਂ 'ਚ ਫਲ ਬੂਟੇ ਨਹੀਂ ਮਿਲਣਗੇ ਤੇ ਕਿੱਥੇ ਮਿਲਣਗੇ ਭਾਈ? ਜੇ ਧਾਰਮਿਕ ਲੋਕ ਹੀ ਪ੍ਰਕਿਰਤੀ ਦੀ ਸੰਭਾਲ ਨਹੀਂ ਕਰਨਗੇ, ਕਦੀ ਸਾਡੇ ਸੰਤ ਮਹਾਤਮਾ ਰਿਖੀ ਮੁਨੀ ਦਰਿਆਵਾਂ ਦੇ ਕੰਢਿਆਂ ਤੇ ਬੈਠਦੇ ਸਨ, ਕਿਉਂਕਿ ਪ੍ਰਕਿਰਤੀ ਦੇ ਦਰਸ਼ਨ ਹੁੰਦੇ ਸਨ ਉੱਥੋਂ, ਜਾਂ ਜਿੱਥੇ ਬਹਿੰਦੇ ਉਹ ਸਰੋਵਰ ਬਣਾ ਲੈਂਦੇ ਸਨ। ਗੁਰੂ ਸਾਹਿਬਾਨ ਨੇ ਵੀ ਸਰੋਵਰ ਇਸੇ ਕਰਕੇ ਬਣਾਏ। ਉਹ ਇਸ ਲਈ ਨਹੀਂ ਸੀ ਕਿ ਨਹਾਓ ਕੇ ਤੇ ਤੁਹਾਨੂੰ ਮੁਕਤੀ ਮਿਲ ਜਾਏਗੀ। ਉਹ ਤੇ ਸਤਿਗੁਰੂ ਜੀ ਨੇ ਪ੍ਰਕਿਰਤੀ ਦੇ ਪੱਖ ਤੋਂ ਇਸ ਕਰਕੇ ਬਣਾਏ ਸੀ। ਇਸੇ ਕਰਕੇ ਅਸੀਂ ਸਰੋਵਰਾਂ ਦਾ ਸਤਿਕਾਰ ਕਰਦੇ ਹਾਂ। ਗੁਰੂ ਸਾਹਿਬ ਜੀ ਨੇ ਬਣਾਏ ਨੇ, ਸਾਨੂੰ ਇਹ ਦਾਤਾਂ ਦਿੱਤੀਆਂ ਨੇ। ਇਸ਼ਨਾਨ ਕਰਨ ਲਈ ਨੇ ਸਰੋਵਰ। ਮੁਕਤੀ ਕਿਤੇ ਨਹਾਤਿਆਂ ਮਿਲੇ ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਮੁਕਤੀ ਤੇ ਮਿਲਣੀ ਸੀ ਜਦੋਂ ਅਸੀਂ ਸਰੋਵਰ 'ਚ ਇਸ਼ਨਾਨ ਕਰਦੇ ਹਾਂ, ਉਸ ਪ੍ਰਮਾਤਮਾ ਦੇ ਪਿਆਰ 'ਚ ਜੁੜਾਂਗੇ, ਗੁਰਬਾਣੀ ਦੇ ਨਾਲ ਜੁੜਾਂਗੇ। ਰੱਬ ਦੀ ਕਿਰਪਾ ਕਿਹਦੇ ਤੇ ਹੁੰਦੀ ਹੈ? ਗੁਰੂ ਕਾ ਇਤਿਹਾਸ ਪੜ੍ਹੀਏ ਨਾ, ਗੁਰੂ ਸਾਹਿਬਾਂ ਦੀ ਕਿਰਪਾ ਕਿਹਨਾਂ ਤੇ ਹੁੰਦੀ ਰਹੀ? ਗੁਰੂ ਸਾਹਿਬਾਂ ਦੀ ਕਿਰਪਾ ਉਹਨਾਂ ਤੇ ਹੋਈ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਕੀਤੀ। ਬੜੀਆਂ ਗਾਥਾਵਾਂ ਨੇ। ਸਤਿਗੁਰੂ ਜੀ ਕਸ਼ਮੀਰ ਜਾਂਦੇ ਨੇ ਤੇ ਸਿੱਖ ਸੰਗਤ ਸਤਿਗੁਰੂ ਜੀ ਲਈ ਸ਼ਹਿਦ ਲੈ ਕੇ ਆ ਰਹੀ। ਰਸਤੇ 'ਚ ਇੱਕ ਭਾਈ ਕੱਟੂ ਜੀ ਨੇ ਕਿਤੇ ਸ਼ਹਿਦ ਮੰਗ ਲਿਆ, ਗਲਾ ਖਰਾਬ ਸੀ, ਭਾਈ ਦੇ ਦੇ, ਮੇਰਾ ਗਲਾ ਜਿਹੜਾ ਠੀਕ ਨਹੀਂ ਹੈ, ਹੋ ਜਾਏਗਾ ਠੀਕ। ਕਹਿਣ ਲੱਗਾ ਜਾਓ, ਵੱਡਾ ਤੂੰ ਤੁਰਿਆ ਫਿਰਦਾ, ਪਹਿਲਾਂ ਗੁਰੂ ਸਾਹਿਬ ਨੂੰ ਭੇਟਾ ਕਰਾਂਗੇ, ਫੇਰ ਉਦੋਂ ਬਾਅਦ ਗੱਲ ਹੈ। ਇਹ ਗੁਰੂ ਸਾਹਿਬ ਲਈ ਹੈ। ਦੇਣ ਤੋਂ ਇਨਕਾਰ ਕਰਤਾ। ਸਾਖੀਕਾਰ ਲਿਖਦੇ ਜਦੋਂ ਗਏ ਤੇ ਸਤਿਗੁਰੂ ਜੀ ਨੇ ਪ੍ਰਵਾਨ ਨਾ ਕੀਤਾ। ਕਈ ਤੇ ਥਾਂ ਲਿਖਿਆ ਕਿ ਖਰਾਬ ਹੋ ਗਿਆ, ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ। ਕਹਿੰਦੇ ਜਦੋਂ ਮੰਗਿਆ ਉਦੋਂ ਤੇ ਦਿੱਤਾ ਹੀ ਨਹੀਂ, ਜਦੋਂ ਮੰਗਿਆ ਉਦੋਂ ਦਿੱਤਾ ਨਹੀਂ। ਕਹਿੰਦੇ ਕਦੋਂ? ਕਹਿੰਦੇ ਕੱਟੂ ਨੇ ਮੰਗਿਆ ਸੀ ਨਾ, ਕੱਟੂ 'ਚ ਤੇ ਮੈਂ ਵੀ ਬੈਠਾ ਹੋਇਆ। ਜੇ ਇੱਕ ਗਰੀਬ ਸਿੱਖ ਨੂੰ ਨਹੀਂ ਚੀਜ਼ ਦੇਣੀ ਤੇ ਮੇਰੇ ਤੇ ਅਰਥ ਕੀ ਹੈ?
ਭਾਈ ਬੁੱਧੂ ਜੀ ਨੇ ਭਾਈ ਲੱਖੂ ਨੂੰ ਲੰਗਰ ਨਹੀਂ ਖਵਾਇਆ, ਆਵੇ ਕੱਚੇ ਰਹਿ ਗਏ। ਸਤਿਗੁਰੂ ਜੀ ਕਹਿੰਦੇ ਸਿੱਖ ਭੁੱਖਾ ਹੈ ਤੇ ਮੈਂ ਵੀ ਭੁੱਖਾ ਹੀ ਹਾਂ। ਹੁਣ ਅਸੀਂ ਵਿਚਾਰ ਇਹ ਕਰਨੀ ਹੈ, ਮਾਫ ਕਰਨਾ, ਮਹਾਮਾਰੀ ਪਸਰੀ ਹੈ, ਥਾਂ ਥਾਂ ਤੇ ਬਿਪਤਾਵਾਂ ਹੁੰਦੀਆਂ ਨੇ, ਤੇ ਸਾਡੇ ਗੁਰੂ ਪਿਆਰੇ ਬਹੁਤ ਉਦਮ ਕਰਦੇ ਨੇ ਭਾਈ, ਬਹੁਤ ਵਧੀਆ ਗੱਲ, ਸਤਿਕਾਰਯੋਗ ਨੇ ਉਹ, ਬਹੁਤ ਜੋ ਉਦਮ ਕਰਦੇ ਨੇ, ਇਹੋ ਜਿਹੀ ਮਹਾਮਾਰੀ 'ਚ ਮਨੁੱਖਤਾ ਦੀ ਬਾਂਹ ਫੜਦੇ ਨੇ। ਪਰ ਇੱਕ ਗੱਲ ਵਿਚਾਰਨ ਵਾਲੀ ਹੈ ਕਿ ਮਹਾਮਾਰੀ ਵੇਲੇ ਕਿਉਂ ਅਸੀਂ ਉੱਠਦੇ ਹਾਂ? ਅਸੀਂ ਕਦੀ ਆਪਣੇ ਸਮਾਜ ਬਾਰੇ ਸੋਚਿਆ? ਸਾਡੇ ਸਮਾਜ ਦੇ ਕਿੰਨੇ ਲੋਕ ਜਿਹੜੇ ਨੇ ਉਹਨਾਂ ਨੂੰ ਐਜੂਕੇਸ਼ਨ ਦੀ ਲੋੜ, ਉਧਰ ਤੇ ਧਿਆਨ ਕੋਈ ਨਹੀਂ ਦਿੰਦਾ। ਸਾਡੇ ਵੱਡੇ ਵੱਡੇ ਅਦਾਰੇ ਅਖਬਾਰਾਂ 'ਚ ਫੋਟੋ ਲਵਾਉਂਦੇ ਨੇ ਕਿ ਅਸੀਂ ਦੇਖੋ ਜੀ ਲੰਗਰ ਲਵਾ ਦਿੱਤੇ, ਅਸੀਂ ਥਾਂ ਥਾਂ ਤੇ ਕਰਤਾ, ਚੰਗੀ ਗੱਲ ਹੈ, ਪਰ ਕਦੀ ਆਪਣੇ ਉਹਨਾਂ ਗਰੀਬ ਸਿੱਖਾਂ ਬਾਰੇ ਸੋਚੇ ਕਿ ਉਹਨਾਂ ਨੂੰ ਐਜੂਕੇਸ਼ਨ ਦੀ ਲੋੜ ਹੈ, ਉਹ ਐਜੂਕੇਸ਼ਨ ਤੋਂ ਬਿਨਾਂ ਰੁਲ ਰਹੇ ਨੇ? ਕਦੀ ਸੋਚੇ? ਉਹਨਾਂ ਨੂੰ ਨਹੀਂ ਅਸੀਂ ਸੰਭਾਲਦੇ, ਆਪਣਿਆਂ ਨੂੰ ਨਹੀਂ ਸੰਭਾਲਦੇ। ਸਾਰਿਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ। ਉਹ ਬਹੁਤ ਵਧੀਆ ਉਦਮ ਜੋ ਕਰ ਰਹੇ ਨੇ, ਮਾੜਾ ਨਹੀਂ ਹੈ, ਪਰ ਭਾਈ ਆਪਾਂ ਗਰੀਬਾਂ ਨੂੰ ਸੰਭਾਲੀਏ। ਅਸੀਂ ਕਹਿੰਦੇ ਸਿੱਖੀ ਘਟ ਰਹੀ ਹੈ। ਸਿੱਖੀ ਤਾਂ ਗੁਰੂ ਦੀ ਚਲੋ ਸਤਿਗੁਰੂ ਪ੍ਰਚਾਰੇਗਾ, ਪਰ ਅਸੀਂ ਸਿੱਖ ਹੋਣ ਦੇ ਨਾਤੇ ਕੀ ਕਰਦੇ ਹਾਂ? ਕਿਤੇ ਕੋਈ ਵਧੀਆ ਹਸਪਤਾਲ ਬਣਾਇਆ ਅਸੀਂ? ਗੁਰਦੁਆਰੇ ਜ਼ਰੂਰ ਬਣਾਏ ਨੇ, ਚੰਗੀ ਗੱਲ ਹੈ। ਕਦੀ ਕੋਈ ਇਹੋ ਜਿਹਾ ਹਸਪਤਾਲ ਦੇਖੋ, ਸਾਲ ਹੋ ਗਏ ਗੌਰਮੈਂਟ ਨੇ ਕੋਈ ਹਸਪਤਾਲ ਨਹੀਂ ਬਣਾਇਆ ਲੋਕਾਂ ਦੇ ਬਚਾਅ ਲਈ। ਗੌਰਮੈਂਟਾਂ ਨੇ ਬੁੱਤ ਬਣਾ ਦਿੱਤੇ, ਗੌਰਮੈਂਟਾਂ ਨੇ ਹੋਰ ਪਾਸੇ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਦਿੱਤੇ, ਲੇਕਿਨ ਲੋਕਾਂ ਲਈ ਸੰਭਾਲ ਲਈ ਕੋਈ ਗੌਰਮੈਂਟ ਹਸਪਤਾਲ ਨਹੀਂ ਬਣਾ ਸਕੀ। ਅੱਜ ਵੀ ਹਸਪਤਾਲਾਂ 'ਚ ਮਰੀਜ਼ ਰੁਲ ਰਹੇ ਨੇ। ਇਹ ਠੀਕ ਹੈ ਕਿ ਅਖਬਾਰਾਂ ਰਾਹੀਂ, ਟੀਵੀ ਰਾਹੀਂ ਬੜੀ ਚਰਚਾ ਜੀ, ਬੜਾ ਤਗੜਾ ਪ੍ਰਬੰਧ ਹੈ ਸਾਡੇ। ਜੇ ਦੇਖਣਾ ਤੇ ਸਿਵਲ ਹਸਪਤਾਲ ਜਾ ਕੇ ਦੇਖ ਲਓ ਤੁਸੀਂ, ਲੋਕਾਂ ਨੂੰ ਥਾਂ ਹੀ ਨਹੀਂ ਮਿਲ ਰਹੀ। ਲੋਕਾਂ ਨੂੰ ਸੰਭਾਲਣ ਲਈ ਕਿਤੇ ਕੋਈ ਡਾਕਟਰ ਪੂਰੇ ਨਹੀਂ ਹੈ, ਕਿਤੇ ਸਟਾਫ ਪੂਰਾ ਨਹੀਂ ਹੈ। ਹਸਪਤਾਲਾਂ ਅਜੂਪੀ ਦਾ ਹਾਲ ਦੇਖ ਲਓ, ਖਬਰਾਂ ਦੇ ਨੇ, ਬਿਲਡਿੰਗਾਂ ਖਾਲੀ ਪਈਆਂ ਨੇ, ਲੋਕੀ ਮਰ ਰਹੇ ਨੇ। ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੇਵਾ ਹੈ। ਕੱਲਾ ਗੁਰਦੁਆਰਿਆਂ ਤੇ ਪੱਥਰ ਲਾਉਣਾ ਸੇਵਾ ਨਹੀਂ, ਇਹ ਵੀ ਸੇਵਾ ਹੈ, ਕੋਈ ਸ਼ੱਕ ਨਹੀਂ ਹੈ। ਮਨੁੱਖਤਾ ਦੀ ਸੰਭਾਲ ਲਈ ਕਿਤੇ ਚੰਗੇ ਐਜੂਕੇਸ਼ਨ ਸੈਂਟਰ ਹੋਣ, ਮਨੁੱਖਤਾ ਦੀ ਸੰਭਾਲ ਲਈ ਕਿਤੇ ਇਹੋ ਜਿਹੀਆਂ ਬਿਪਤਾਵਾਂ ਤਾਂ ਆਉਂਦੀਆਂ ਰਹਿਣੀਆਂ ਨੇ, ਕੋਈ ਅੱਜ ਆਈ ਥੋੜਾ ਚਲੀ ਜਾਏਗੀ, ਕੋਈ ਚੰਗੇ ਹਸਪਤਾਲ ਹੋਣ। ਅਸੀਂ ਵੈਸਟਰਨ ਕੰਟਰੀ ਨੂੰ ਭੰਨਣ ਲੱਗਿਆਂ ਕੋਈ ਦੇਰੀ ਨਹੀਂ ਲਾਉਂਦੇ। ਸਾਡੇ ਮੇਰੇ ਵਰਗੇ ਕੱਟੜ ਸਿੱਖ ਜੀ ਉੱਥੇ ਇਹ ਲੋਕ ਹੈ, ਜੇ ਕਰਦੇ ਨੇ ਉਹ ਕਰਦੇ ਨੇ, ਪਰ ਕੁਰਬਾਨ ਜਾਈਏ ਉਹਨਾਂ ਲੋਕਾਂ ਤੋਂ। ਉਹਨਾਂ ਨੇ ਮਹਾਮਾਰੀ 'ਚ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੱਤਾ। ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਬੱਚੇ ਕੈਨੇਡਾ ਬੈਠੇ ਹੋਣਗੇ, ਅਮਰੀਕਾ ਬੈਠੇ ਹੋਣਗੇ, ਮੇਰੇ ਵੀ ਰਿਸ਼ਤੇਦਾਰ, ਮੇਰੇ ਵੀ ਬੱਚੇ ਬਾਹਰ ਰਹਿੰਦੇ ਨੇ, ਮੈਨੂੰ ਪਤਾ ਹੈ। ਇੱਕ ਉਹਨਾਂ ਨੇ ਕਿਸੇ ਨੂੰ ਭੁੱਖਿਆ ਨਹੀਂ ਮਰਨ ਦਿੱਤਾ। ਬੈਠੇ ਬਿਠਾਇਆ 2-2 ਹਜ਼ਾਰ ਉਹਨਾਂ ਦੇ ਅਕਾਊਂਟ 'ਚ ਪਾਈ ਜਾਂਦੀਆਂ ਨੇ ਗੌਰਮੈਂਟਾਂ, ਭਈ ਔਖਾ ਸਮਾਂ ਆਇਆ, ਕੋਈ ਗੱਲ ਨਹੀਂ ਹੈ। ਤੇ ਅਸੀਂ ਕਿੱਥੇ ਕੁਝ ਬੈਠੇ, ਅਸੀਂ ਕਹਿੰਦੇ ਜੀ ਬੜੀ ਧਰਮ ਦੀ ਚਰਚਾ ਸਾਡੇ ਮੁਲਕ 'ਚ, ਅਸੀਂ ਵੀ ਧਰਮ ਦਾ ਬੜਾ ਅਡੰਬਰ ਕਰਦੇ ਹਾਂ। ਰੱਬ ਦੀ ਕਿਰਪਾਲਤਾ ਕਿੰਨਾ ਤੇ ਹੋਣੀ। ਉਹ ਮੁਲਕ ਜਿਹੜੇ ਨੇ ਉਹ ਤੇ ਰੱਬ ਦੇ ਨਾਂ ਤੇ ਮੱਸਿਆ ਨਹੀਂ ਨਹਾਉਂਦੇ, ਉਹ ਪੁੰਨਿਆ ਨਹੀਂ ਨਹਾਉਂਦੇ, ਦਸਵੀਂ ਨਹੀਂ ਨਹਾਉਂਦੇ, ਉੱਥੇ ਕੋਈ ਲੰਗਰ ਨਹੀਂ ਲੱਗਦੇ ਇਹਨਾਂ ਦੇ। ਉਹ ਲੋਕ ਖੁਸ਼ਹਾਲ ਕਿਉਂ ਨੇ? ਉਹ ਮੁਲਕ ਖੁਸ਼ਹਾਲ ਕਿਉਂ ਨੇ? ਉੱਥੇ ਤੇ ਕੋਈ ਮਾਲਾ ਨਹੀਂ ਫੇਰਦੇ, ਉੱਥੇ ਤੇ ਕੋਈ ਚਰਚਾਂ ਦੇ ਉੱਪਰ ਸੋਨਾ ਨਹੀਂ ਲੱਗਦਾ, ਕੋਈ ਸੋਨੇ ਦੇ ਹਾਰ ਨਹੀਂ ਚੜਦੇ। ਉੱਥੇ ਤੁਸੀਂ ਜਾ ਕੇ ਦੇਖ ਲਓ, 7ਵੇਂ ਦਿਨ ਆਉਂਦੇ ਨੇ ਚਰਚ ਦੇ ਅੰਦਰ, ਉਦੋਂ ਬਾਅਦ ਖਾਲੀ ਰਹਿੰਦੇ ਚਰਚ 7 ਦਿਨ। ਉਹ ਕਿਉਂ ਖੁਸ਼ਹਾਲ ਨੇ? ਰੱਬ ਉਹਨਾਂ ਤੇ ਕਿਉਂ ਕਿਰਪਾਲੂ ਜ਼ਿਆਦਾ? ਉਹ ਮਨੁੱਖਤਾ ਨੂੰ ਸੰਭਾਲਦੇ ਨੇ, ਉਹ ਮਨੁੱਖ ਨੂੰ ਸੰਭਾਲਦੇ ਨੇ। ਮੈਨੂੰ ਯਾਦ ਹੈ ਅੱਜ ਤੋਂ 10 ਕੁ ਸਾਲ ਪਹਿਲਾਂ ਮੈਂ ਸਿਆਟਲ ਇੱਕ ਸ਼ਹਿਰ ਆ, ਉੱਥੇ ਸਾਂ। ਇੱਕ ਸਾਡਾ ਨੌਜਵਾਨ ਵੀਰ ਨਵਾਂ ਹੀ ਆਇਆ, ਵੀਜ਼ਾ ਲਵਾ ਕੇ ਆ ਗਿਆ। ਉਹ ਬਿਮਾਰ ਪੈ ਗਿਆ, ਕੁਦਰਤੀ ਬਿਮਾਰ ਪੈ ਗਿਆ, ਅਪੈਂਡਿਕਸ ਦਾ ਉਹਨੂੰ ਰੋਗ ਹੋ ਗਿਆ, ਕਿਸੇ ਨੂੰ ਵੀ ਹੋ ਸਕਦਾ। ਉਹਨੂੰ ਹਸਪਤਾਲ ਲੈ ਗਏ, ਉਹਦਾ ਆਪਰੇਸ਼ਨ ਹੋਇਆ। ਆਪਰੇਸ਼ਨ ਹੋਣ ਤੋਂ ਬਾਅਦ ਆ ਗਿਆ, ਉਹ ਗੁਰਦੁਆਰੇ ਠਹਿਰੇ ਸੀ। ਮੈਂ ਉਹਨੂੰ ਪੁੱਛਿਆ ਕਿਵੇਂ? ਕਹਿੰਦਾ ਠੀਕ ਆ। ਕਹਿੰਦਾ ਮੈਂ ਤਾਂ ਕੁਰਬਾਨ ਜਾਨਾ ਇਹਨਾਂ ਲੋਕਾਂ ਤੋਂ, ਮੈਨੂੰ ਇੱਥੇ ਕੁਝ ਜਾਣਨ ਵਾਲਾ ਨਹੀਂ, ਮੇਰੇ ਕੋਲ ਪੈਸਾ ਪੱਲੇ ਕੋਈ ਨਹੀਂ। ਹਸਪਤਾਲ ਗਿਆ, ਮੇਰਾ ਇਲਾਜ ਹੋ ਗਿਆ, ਮੇਰੀ ਇਵੇਂ ਸੇਵਾ ਇਹਨਾਂ ਨੇ ਕੀਤੀ, ਪੈਸਾ ਲਿਆ ਕੋਈ ਨਹੀਂ, ਤੇ ਮੈਂ ਤੰਦਰੁਸਤ ਹੋ ਗਿਆ। ਹੁਣ ਤੁਸੀਂ ਸੋਚੋ, ਇੱਥੇ ਹਸਪਤਾਲ ਜਾ ਕੇ ਭਲਾ ਇਲਾਜ ਕਰਾ ਲਓ ਆਪਣਾ, ਕਿਸੇ, ਭਾਵੇਂ ਸਰਕਾਰੀ ਹੈ ਤੇ ਭਾਵੇਂ ਦੂਜੇ ਜਾ ਕੇ ਚੱਲ ਜਾਓ। ਅਗਲੇ ਪਹਿਲਾਂ ਕਹਿੰਦੇ ਪੈਸੇ ਰੱਖੋ ਜੇ ਹਸਪਤਾਲ 'ਚ ਵੜਨਾ ਤਾਂ। ਅਸੀਂ ਕਹਿੰਦੇ ਬੜਾ ਧਾਰਮਿਕ ਸਾਡਾ ਮੁਲਕ ਹੈ, ਅਸੀਂ ਤੇ 21ਵੀਂ ਸਦੀ ਚੱਲ ਕੇ ਨਵਾਂ ਭਾਰਤ ਬਣ ਗਿਆ ਸਾਡਾ, ਜਿੱਥੇ ਮਰੀਜ਼ਾਂ ਦੀਆਂ ਲੋਥਾਂ ਹੀ ਪੈਸੇ ਤੋਂ ਬਿਨਾਂ ਨਹੀਂ ਦਿੱਤੀਆਂ ਜਾਂਦੀਆਂ, ਜਿੱਥੇ ਲੋਕਾਂ ਨੂੰ ਬਿਮਾਰੀ ਦੇ ਵਿੱਚ ਬਲੈਕ ਕੀਤੀ ਜਾਂਦੀ ਹੈ, ਆਕਸੀਜਨ ਦੇ ਸਿਲੰਡਰ ਬਲੈਕ ਕੀਤੇ ਜਾਂਦੇ ਨੇ, ਦਵਾਈਆਂ ਬਲੈਕ ਕੀਤੀਆਂ ਜਾਂਦੀਆਂ ਨੇ, ਚੋਰੀ ਕੀਤੀ ਜਾਂਦੀ ਹੈ, ਨਕਲੀ ਚੀਜ਼ਾਂ। ਉਹ ਮੁਲਕ ਕਦੀ ਧਾਰਮਿਕ ਹੋ ਹੀ ਨਹੀਂ ਸਕਦਾ।
ਬਿਲਕੁਲ ਧਾਰਮਿਕ ਨਹੀਂ ਸਾਡਾ ਮੁਲਕ, ਅਡੰਬਰ ਹੈ ਧਰਮ ਦੇ ਨਾਂ ਤੇ, ਲੁੱਟ ਹੈ ਧਰਮ ਦੇ ਨਾਂ ਤੇ। ਜਾਗਣ ਦੀ ਲੋੜ ਹੈ, ਰੱਬ ਦੀ ਰਹਿਮਤ ਪ੍ਰਾਪਤ ਕਰਨੀ ਤੇ ਮਨੁੱਖਤਾ ਦੀ ਸੇਵਾ 'ਚ ਲੱਗੀਏ। ਜੋ ਵੀ ਸਾਡੀ ਕਿਰਤ ਹੈ ਉਹਨੂੰ ਐਵੇਂ ਨਾ ਕਿਸੇ ਨੂੰ ਦਿਓ। ਅਕਲੀ ਕੀਚੇ ਦਾਨ, ਆਪਣੇ ਹੱਥੀਂ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾ ਦਿਓ ਕਿ ਰੱਬ ਤੁਹਾਡੇ ਤੇ ਰਹਿਮਤ ਕਰ ਦੇਵੇਗਾ। ਆਪਣੇ ਹੱਥੀਂ ਕਿਸੇ ਰੋਗੀ ਦੀ ਤੁਸੀਂ ਇਲਾਜ ਕਰਾ ਦਿਓਗੇ, ਭਾਵੇਂ ਜਿੰਨਾ ਵੀ ਰੱਬ ਤੁਹਾਡੇ ਤੇ ਰਹਿਮਤ ਕਰ ਦੇ। ਕਿਤੇ ਸੋਨਾ ਲਾਇਆ ਰੱਬ ਨੇ ਰਹਿਮਤ ਨਹੀਂ ਕਰਨੀ। ਭੁਲੇਖੇ 'ਚ ਨਾ ਰਿਓ ਕਿ ਫਲਾਣੇ ਥਾਂ ਜਾ ਕੇ ਦੇਵਾਂਗੇ ਤੇ ਉੱਥੇ ਰੱਬ ਬਹੁਤੀ ਕਿਰਪਾ ਕਰੇਗਾ। ਬਿਲਕੁਲ ਭਰਮ ਹੈ। ਰੱਬ ਦੀ ਰਹਿਮਤ ਲੈਣੀ ਹੈ ਤੇ ਇਨਸਾਨੀਅਤ ਨੂੰ ਸੰਭਾਲੀਏ, ਮਨੁੱਖਤਾ ਨੂੰ ਸੰਭਾਲੀਏ। ਜਿਨ੍ਹਾਂ ਤੇ ਪ੍ਰਮਾਤਮਾ ਰਹਿਮਤ ਕਰਦਾ, ਤਿੰਨ ਜਨ ਕੀ ਸੇਵਾ ਥਾਈ ਪਈ, ਜਿਨ ਕੋ ਕਿਰਪਾਲ ਹੋਵਤ ਬਨਵਾਰੀ। ਉਹ ਪ੍ਰਮਾਤਮਾ ਜਿਨ੍ਹਾਂ ਤੇ ਤਰੁੱਠਦਾ ਉਹਦੀ ਸੇਵਾ ਪ੍ਰਵਾਨ ਹੋ ਜਾਂਦੀ। ਸੇਵਾ ਕਰਦੇ ਬਹੁਤ ਨੇ, ਸੇਵਾ ਸਾਰਿਆਂ ਦੀ ਪ੍ਰਵਾਨ ਨਹੀਂ ਹੁੰਦੀ। ਪ੍ਰਵਾਨ ਉਹਨਾਂ ਦੀ ਹੁੰਦੀ ਜਿਨ੍ਹਾਂ ਤੇ ਉਹ ਤਰੁੱਠਦਾ ਹੈ। ਤਰੁੱਠਦਾ ਉਹਨਾਂ ਤੇ ਹੈ ਜਿਹੜੇ ਮਨੁੱਖਤਾ ਦੀ ਸੰਭਾਲ ਕਰਦੇ ਨੇ, ਮਨੁੱਖਤਾ ਦੀ ਸੇਵਾ ਕਰਦੇ ਨੇ। ਤੇ ਸਾਹਿਬ ਜੀ ਕਹਿੰਦੇ, ਹਰ ਕੇ ਹੋ ਸੰਤ ਭਲੇ ਤੇ ਉੱਤਮ ਭਗਤ ਭਲੇ, ਜੋ ਭਾਵ ਤਹਰ ਰਾਮ ਮੁਰਾਰੀ। ਗੁਰੂ ਸਾਹਿਬ ਜੀ ਕਹਿੰਦੇ ਕਿ ਉਹ ਰੱਬ ਦੇ ਸੰਤ ਭਲੇ ਨੇ, ਮਹਾਨ ਨੇ, ਉੱਤਮ ਨੇ, ਉਹ ਸਭ ਤੋਂ ਉੱਚੇ ਨੇ। ਜਿਹੜੇ ਰੱਬ ਨੂੰ ਪ੍ਰਵਾਨ ਹੋ ਗਏ, ਜਿਹੜੇ ਰੱਬ ਦੇ ਦਰ ਤੇ ਪ੍ਰਵਾਨ ਹੋ ਗਏ, ਉਹ ਸਭ ਤੋਂ ਮਹਾਨ ਨੇ, ਉਹ ਸਭ ਤੋਂ ਉੱਤਮ ਨੇ। ਰੱਬ ਦੇ ਦਰ ਤੇ ਕੌਣ ਪ੍ਰਵਾਨ ਨੇ? ਜਿਹੜੇ ਰੱਬ ਦੀ ਮਨੁੱਖਤਾ ਨੂੰ ਪਿਆਰ ਕਰਦੇ ਨੇ, ਇਨਸਾਨੀਅਤ ਨੂੰ ਪਿਆਰ ਕਰਦੇ ਨੇ, ਰੱਬ ਦੇ ਬੱਚਿਆਂ ਨੂੰ ਪਿਆਰ ਕਰਦੇ ਨੇ। ਇਹ ਸਾਰੀ ਮਨੁੱਖਤਾ ਰੱਬ ਦੇ ਬੱਚੇ ਨੇ। ਅਸੀਂ ਰੋਜ਼ ਅਰਦਾਸ ਕਰਦੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਵਾਹਿਗੁਰੂ ਜੀ ਤੁਸੀਂ ਸਾਡੇ ਮਾਂ ਪਿਓ, ਅਸੀਂ ਤੁਹਾਡੇ ਬੱਚੇ ਹਾਂ। ਏਕ ਪਿਤਾ ਏਕ ਸਿਕੇ ਹਮ ਬਾਰਕ। ਸਾਡਾ ਇੱਕੋ ਹੀ ਪਿਤਾ ਹੈ ਪ੍ਰਮਾਤਮਾ, ਅਸੀਂ ਸਾਰੇ ਉਹਦੇ ਬੱਚੇ ਹਾਂ। ਹੁਣ ਪ੍ਰਮਾਤਮਾ ਦੇ ਬੱਚਿਆਂ ਦੀ ਅਸੀਂ ਬਾਂਹ ਫੜਾਂਗੇ ਤੇ ਪ੍ਰਮਾਤਮਾ ਕਿਉਂ ਨਹੀਂ ਖੁਸ਼ ਹੋਏਗਾ? ਕਿਸੇ ਦੇ ਬੱਚੇ ਨੂੰ ਪਿਆਰ ਕਰੋ ਨਾ ਤੇ ਉਹ ਬੜਾ ਖੁਸ਼ ਹੁੰਦਾ, ਦੇਖੋ ਵੀ ਮੇਰੇ ਬੱਚਿਆਂ ਨੂੰ ਪਿਆਰ ਕਰਦਾ। ਹੁਣ ਕਿਸੇ ਨੂੰ ਕਹੋ ਜੀ ਤੈਨੂੰ ਅਸੀਂ ਪਿਆਰ ਕਰਦੇ, ਬੱਚਿਆਂ ਨੂੰ ਤੁਸੀਂ ਮਾਰੋ ਵੱਟੇ, ਬੱਚਿਆਂ ਨੂੰ ਕਰੋ ਤੁਸੀਂ ਨਫ਼ਰਤ, ਤੇ ਉਹ ਕਹੇਗਾ ਮੈਨੂੰ ਪਿਆਰ ਕਰਦਾ, ਬੱਚਿਆਂ ਮੇਰੇ ਨਾਲ ਤੇ ਲੜਦੇ ਹੀ ਰਹਿਣਾ ਤੂੰ। ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਕਿ ਮਨੁੱਖਤਾ ਨੂੰ ਪਿਆਰ ਕਰੀਏ। ਜਿੱਥੇ ਸਤਿਗੁਰੂ ਜੀ ਨੇ ਕਿਹਾ ਜਿਨ ਪ੍ਰੇਮ ਕੀਓ ਤੇ ਨਹੀਂ ਪਾਇਓ, ਉਹਦਾ ਅਰਥ ਇਹ ਹੈ ਕਿ ਜਿਹਨੇ ਰੱਬ ਨੂੰ ਪਿਆਰ ਕੀਤਾ ਮਨੁੱਖਤਾ ਨੂੰ ਵੀ ਪਿਆਰ ਕਰਦਾ। ਜਿਹਦਾ ਰੱਬ ਨਾਲ ਪਿਆਰ, ਉਹਦਾ ਸਭਨਾਂ ਨਾਲ ਪਿਆਰ ਹੁੰਦਾ। ਤੇ ਜਿਹੜਾ ਰੱਬ ਦੇ ਨਾਂ ਤੇ ਮੇਰੇ ਵਰਗਾ ਅਡੰਬਰ ਕਰਦਾ ਨਾ, ਉਹ ਆਪਣੀ ਪਰਾਏ ਦੀ ਗੱਲ ਕਰਦਾ। ਆਹ ਮੇਰਾ ਧਰਮ ਹੈ, ਉਹ ਫਲਾਣਾ ਧਰਮ ਹੈ, ਉਹ ਆਪਣੀ ਪਰਾਏ ਦੀ ਗੱਲ ਕਰਦਾ। ਗੁਰੂ ਸਾਹਿਬ ਜੀ ਕਹਿੰਦੇ ਉਹ ਮਹਾਨ ਨੇ, ਉੱਤਮ ਨੇ, ਸਭ ਤੋਂ ਉੱਚੇ ਨੇ, ਜਿਹੜੇ ਵਾਹਿਗੁਰੂ ਜੀ ਨੂੰ ਪ੍ਰਵਾਨ ਹੋ ਗਏ, ਜਿਹੜੇ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਹੋ ਗਏ। ਜਿਨ ਕਾ ਅੰਗ ਕਰੈ ਮੇਰਾ ਸੁਆਮੀ, ਤਿਨ ਕੀ ਨਾਨਕ ਹਰ ਪੈਜ ਸਵਾਰੀ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਜਿਹਦਾ ਪੱਖ ਫਿਰ ਵਾਹਿਗੁਰੂ ਜੀ ਕਰਦਾ, ਜਿਹਦੇ ਤੇ ਵਾਹਿਗੁਰੂ ਜੀ ਤਰੁੱਠਦੇ ਨੇ, ਉਹ ਮੇਰਾ ਪ੍ਰਮਾਤਮਾ। ਜਿਹਦਾ ਅੰਗ ਕਰਨ ਦਾ ਅਰਥ ਹੁੰਦਾ ਜਿਹਦੇ ਪਾਸੇ ਚ ਆ ਜਾਂਦਾ ਹੈ, ਉਸ ਦੀ ਪੈਜ ਵਾਹਿਗੁਰੂ ਰੱਖਦਾ, ਉਹਦਾ ਕਦੀ ਸਿਰ ਨੀਵਾਂ ਨਹੀਂ ਹੋਣ ਦਿੰਦਾ। ਉਹ ਭਾਵੇਂ ਮਾਸੂਮ ਪ੍ਰਹਲਾਦ ਵਰਗਾ ਕਿਉਂ ਨਾ ਹੋਵੇ। ਇੱਜ਼ਤ ਬਣਾਉਣ ਲਈ ਜ਼ਰੂਰੀ ਨਹੀਂ ਕਿ ਤੁਹਾਨੂੰ ਬਹੁਤ ਵੱਡੇ ਬਲ ਦੀ ਲੋੜ ਹੈ। ਬਲ ਹਰਨਾਕਸ ਕੋਲ ਜ਼ਿਆਦਾ ਹੈ, ਪੈਸਾ ਹਰਨਾਕਸ ਕੋਲ ਜ਼ਿਆਦਾ ਹੈ, ਸਾਧਨ ਹਰਨਾਕਸ ਕੋਲ ਜ਼ਿਆਦਾ ਨੇ। ਪ੍ਰਹਲਾਦ ਤਾਂ ਬੱਚਾ ਹੈ, ਮਾਸੂਮ ਹੈ, ਉਹਦੇ ਕੋਲ ਇੰਨੀਆਂ ਤਾਕਤਾਂ ਨਹੀਂ ਹੈ ਬਾਹਰੀ ਤੌਰ ਤੇ। ਲੇਕਿਨ ਪ੍ਰਹਲਾਦ ਦਾ ਆਸਰਾ ਪ੍ਰਭੂ ਹੈ, ਵਾਹਿਗੁਰੂ ਹੈ, ਤੇ ਵਾਹਿਗੁਰੂ ਨੇ ਉਹਦੀ ਪੈਜ ਰੱਖ ਦਿੱਤੀ। ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ। ਉਸ ਪ੍ਰਮਾਤਮਾ ਦੇ ਪਿਆਰ ਜੁੜ ਜਾਈਏ, ਗੁਰੂ ਦੇ ਦੱਸੇ ਮਾਰਗ ਤੇ ਤੁਰ ਪਈਏ। ਪ੍ਰਮਾਤਮਾ ਆਪਣੇ ਪਿਆਰਿਆਂ ਦਾ ਕਦੀ ਸਿਰ ਨੀਵਾਂ ਨਹੀਂ ਹੋਣ ਦਿੰਦਾ। ਗੁਰਬਾਣੀ ਇਹ ਗੱਲ ਕਹਿੰਦੀ ਹੈ, अपनी सेवकी अपने जन का पर्दा टाके अपनी सेवकी सर पर रख के अपने दास को दे वडाई। वो परमात्मा अपने दासां नूं वडियाई दिंदा है। एक गल चेते रखो, वडे वडे धनवान आए ने धरती ते चले गए। बड़े बड़े वो फन्ने खां आए जेड़े भारी भुजान वड्डियां भुजावां वाले, वडे वडे किलियां नूं जितण वाले, वडे वडे मार के मारन वाले, जेड़े कहंदे असीं दुनिया ही जित लई है, वो भी आए चले गए। कोई नहीं चेते करता। चेते किन्हां नूं कीता जांदा है? जिन्हां ने मनुखता नूं कुछ दिता है। मनुखता नूं दिता है बाबा नामदेव साहब जी वर्गे भगतां ने, बाबा कबीर साहब जी, बाबा रविदास साहब जी। उन्हां नूं असीं चेते करदे ते करदे रहांगे। उन्हां कोल कोई किले नहीं सन, कोई राज भाग नहीं सन। उस वेले दे बादशाह नूं कोई नहीं जानदा।
ਜਾਣਦੇ ਨੇ ਉਹਨਾਂ ਪਰਉਪਕਾਰੀ ਮਹਾਨ ਆਤਮਾਵਾਂ ਨੂੰ ਲੋਕ, ਜਿਨ੍ਹਾਂ ਨੇ ਮਨੁੱਖਤਾ ਲਈ ਕੁਝ ਕੀਤਾ ਹੈ। ਜੇ ਅਸੀਂ ਵੀ ਕੁਝ ਮਨੁੱਖਤਾ ਲਈ ਕਰਾਂਗੇ ਤੇ ਵਾਕਈ ਵਾਹਿਗੁਰੂ ਜੀ ਦੀ ਨਜ਼ਰਾਂ 'ਚ ਪ੍ਰਵਾਨ ਹੋ ਜਾਵਾਂਗੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਨੂੰ ਜਿੱਥੇ ਉਸ ਨਿਰਭਉ ਨਿਰਵੈਰ ਅਕਾਲ ਮੂਰਤ ਵਾਹਿਗੁਰੂ ਜੀ ਦੇ ਪਿਆਰ 'ਚ ਜੁੜਨ ਦੀ ਗੱਲ ਕੀ, ਜੋ ਨਿਰਾਕਾਰ ਹੈ ਨਿਰਾਹਾਰੀ ਹੈ, ਉੱਥੇ ਸਾਨੂੰ ਇਹ ਗੱਲ ਕੀ ਕਿ ਜੇ ਉਹਦੇ ਪਿਆਰ ਜੁੜਾਂਗੇ ਨਾ ਤੇ ਵਾਹਿਗੁਰੂ ਸਾਡੇ ਤੇ ਤਰੁੱਠ ਜਾਏਗਾ, ਵਾਹਿਗੁਰੂ ਰਹਿਮਤ ਕਰ ਦੇਵੇਗਾ ਤੇ ਸਤਿਗੁਰੂ ਜੀ ਕਹਿੰਦੇ ਸਾਡੀ ਹਮੇਸ਼ਾ ਪੈਜ ਇੱਜ਼ਤ ਬਣੀ ਰਹੇਗੀ। ਗੁਰੂ ਰਾਮਦਾਸ ਜੀ ਮਹਾਰਾਜ ਬਖਸ਼ਿਸ਼ ਕਰਨ, ਜਿੱਥੇ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਮਹਾਨ ਦਾਤਾਂ ਬਖਸ਼ੀਆਂ, ਗੁਰੂ ਕੀ ਪਾਵਨ ਬਾਣੀ ਦਿੱਤੀ, ਗੁਰੂ ਅਸਥਾਨ ਬਖਸ਼ੇ ਨੇ, ਹੋਰ ਬੇਅੰਤ ਸਾਨੂੰ ਉੱਤਮ ਦਾਤਾਂ ਬਖਸ਼ਿਸ਼ ਕੀਤੀਆਂ ਨੇ, ਉੱਥੇ ਸਾਨੂੰ ਮਾਰਗ ਗੁਰਬਾਣੀ ਰਾਹੀਂ ਸਾਨੂੰ ਇਹ ਦਿੱਤਾ ਹੈ ਕਿ ਆਪਾਂ ਮਨੁੱਖਤਾ ਦੀ ਸੇਵਾ ਵਿੱਚ ਲੱਗੀਏ। ਸੰਸਾਰ ਵਿੱਚ ਬਹੁਤ ਵਿਦਵਾਨ ਨੇ, ਕਮੀ ਨਹੀਂ ਹੈ ਕੋਈ, ਡਾਕਟਰ ਵੀ ਬਹੁਤ ਨੇ, ਕਮੀ ਨਹੀਂ ਕੋਈ। ਇਹ ਗੱਲ ਵੱਖਰੀ ਹੈ ਕਿ ਸਾਡੇ ਮੁਲਕ 'ਚ ਡਾਕਟਰਾਂ ਦੀ ਕਮੀ ਨਹੀਂ, ਅਸੀਂ ਸੰਭਾਲਦੇ ਨਹੀਂ ਉਹਨਾਂ ਨੂੰ, ਅਮਰੀਕਾ ਚਲੇ ਜਾਂਦੇ ਨੇ, ਕੈਨੇਡਾ ਚਲੇ ਜਾਂਦੇ ਨੇ। ਤੁਹਾਡੇ ਵੀ ਕਈ ਜਾਣ ਵਾਲੇ ਡਾਕਟਰ ਕੈਨੇਡਾ ਜਾ ਕੇ ਸੈੱਟ ਹੋ ਗਏ ਹੋਣਗੇ, ਕਹਿਣਗੇ ਬੜਾ ਮਜ਼ਾ। ਧਨਵਾਨਾਂ ਦੀ ਕਮੀ ਨਹੀਂ ਹੈ, ਹੋਰ ਬੜੇ ਵੱਡੇ ਇੰਜੀਨੀਅਰ ਦੀ ਕਮੀ ਨਹੀਂ ਹੈ। ਲੋੜ ਹੈ ਧਰਤੀ ਨੂੰ ਇਨਸਾਨਾਂ ਦੀ, ਧਰਤੀ ਨੂੰ ਭਾਰ ਮਨੁੱਖਤਾ ਕਰਕੇ ਨਹੀਂ ਹੈ ਕਿ ਇੰਨੀ ਆਬਾਦੀ ਵੱਧ ਗਈ ਹੈ। ਧਰਤੀ ਨੂੰ ਭਾਰ ਉਦੋਂ ਲੱਗਦਾ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਜਿਨੀ ਵਿਸਾਰਿਆ ਨਾਮ ਤੇ ਭੋਏ ਭਾਰ ਥੀਏ। ਉਹ ਇਨਸਾਨਾਂ ਦੀ ਲੋੜ ਹੈ ਸਮਾਜ ਨੂੰ, ਜਿਹੜੇ ਮਨੁੱਖਤਾ ਨੂੰ ਸੰਭਾਲ ਸਕਣ, ਜਿਹੜੇ ਇਸ ਪ੍ਰਕਿਰਤੀ ਨੂੰ ਧਰਤੀ ਨੂੰ ਸੰਭਾਲ ਸਕਣ। ਉਹ ਇਨਸਾਨੀਅਤ, ਉਹ ਮਨੁੱਖਤਾ ਸਾਡੇ ਅੰਦਰ ਗੁਰਬਾਣੀ ਨਾਲ ਜੁੜ ਕੇ ਪੈਦਾ ਹੋਣੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਤਿਗੁਰੂ ਜੀ ਆਪਣੀ ਦਰ ਤੋਂ ਸਾਰਿਆਂ ਨੂੰ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨ। ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ